हाँ जी बेटा। सार बचन बानी हजूर स्वामी जी महाराज, बचन 18वां, शब्द 7वां। अरे मन रंग जा सतगुरु प्रीत, होए मत और किसी का मीत। अरे मन रंग जा सतगुरु प्रीत, होए मत और किसी का मीत। राधा परम संत सतगुरु हजूर स्वामी जी महाराज जो साडी हालत है ਉਹਨੂੰ ਬਿਆਨ ਕਰ ਰਹੇ ਨੇ, ਕਿਉਂਕਿ ਅਸੀਂ ਵਿਚਾਰ ਕਰਦੇ ਹਾਂ, ਸੋਚਦੇ ਰਹਿੰਦੇ ਹਾਂ ਕਿ ਕਿਉਂ ਨਹੀਂ ਸਾਡੀ ਹਾਲਤ ਬਦਲਦੀ, ਕਿਉਂ ਨਹੀਂ ਮਨ ਜਿਹੜਾ ਹੈ ਵੱਸ 'ਚ ਆਉਂਦਾ, ਕਿਉਂ ਨਹੀਂ ਸਤਿਗੁਰਾਂ ਦੀ ਦਇਆ ਕਿਰਪਾ ਸਾਡੇ ਉੱਪਰ ਹੁੰਦੀ। ਕੀ ਕਾਰਨ ਨੇ ਕਿ ਜਿਹੜੇ ਆ ਸਭ ਕੁਛ ਕਰਦਿਆਂ ਕਰਾਉਂਦਿਆਂ ਵੀ ਜਿਹੜੇ ਦੁੱਖ ਸੁੱਖ ਸਾਡੇ ਆ ਜਿਹੜੇ ਆ ਉਹ ਖਤਮ ਨਹੀਂ ਹੋ ਰਹੇ। ਕਿਉਂਕਿ ਯਤਨ ਤੇ ਕੋਈ ਵੀ ਆਪਣੇ ਵੱਲੋਂ ਘੱਟ ਨਹੀਂ ਕਰਦਾ। ਜੋ ਵੀ ਇਸ ਸੰਸਾਰ ਦੇ ਵਿੱਚ ਆਇਆ ਹੈ, ਚਾਹੇ ਉਹ ਕਿਤੇ ਵੀ ਹੈ, ਕਿਸੇ ਵੀ ਹਾਲਤ ਦੇ ਵਿੱਚ ਆ, ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦਾ ਹੈ ਕਿ ਮੈਂ ਇਸ ਸੰਸਾਰ ਦੇ ਵਿੱਚ ਸੁੱਖ ਪ੍ਰਾਪਤ ਕਰ ਸਕਾਂ। ਇਸ ਸੰਸਾਰ ਦੀਆਂ ਜੋ ਸੁਵਿਧਾਵਾਂ ਨੇ ਉਹ ਵੀ ਮੈਨੂੰ ਮਿਲਣ। ਲੇਕਿਨ ਸਭ ਕੁਛ ਕੋਲ ਹੋਵੇ ਵੀ, ਪਰ ਜੇ ਸਤਿਗੁਰਾਂ ਦੀ ਦਇਆ ਕਿਰਪਾ ਨਾ ਹੋਵੇ, ਇਹ ਮਨ ਕਾਬੂ 'ਚ ਨਾ ਹੋਵੇ, ਤੇ ਉਹ ਜਿਹੜੀ ਖੁਸ਼ੀ, ਉਹ ਜਿਹੜਾ ਸੰਤੋਸ਼, ਉਹ ਜਿਹੜਾ ਨਹੀਂ ਸਾਨੂੰ ਮਿਲਦਾ ਨਹੀਂ। ਹੁਣ ਫਿਕਰਾਂ ਕਰੀਏ, ਅਲਾਮੇ ਦਈਏ, ਜੋ ਮਰਜ਼ੀ ਕਰੀਏ, ਕੋਈ ਫਰਕ ਨਹੀਂ ਉਹਦੇ ਨਾਲ ਪੈਂਦਾ। ਚਾਹੇ ਕਿਤੇ ਟੱਕਰਾਂ ਮਾਰੀਏ, ਕੋਈ ਉਹਦੇ ਨਾਲ ਕੁਛ ਬਣਦਾ ਨਹੀਂ। ਕਿਉਂਕਿ ਜੇ ਕਿਸੇ ਨੂੰ ਪਤਾ ਲੱਗ ਜਾਵੇ ਕਿ ਕੋਈ ਫਲਾਣੀ ਜਗ੍ਹਾ 'ਤੇ ਜਾ ਕੇ ਮੈਨੂੰ ਸੁੱਖ ਮਿਲ ਜਾਏਗਾ, ਫਲਾਣਾ ਕੰਮ ਕੀਤਿਆਂ ਮੈਨੂੰ ਮਿਲ ਜਾਵੇਗਾ, ਤੇ ਮੇਰਾ ਖਿਆਲ ਹੈ ਕਿ ਕੋਈ ਵੀ ਆਪਣੇ ਵੱਲੋਂ ਘੱਟ ਨਾ ਕਰੇ, ਜ਼ੋਰ ਤਾਂ ਪੂਰਾ ਲਾਏਗਾ। ਔਰ ਐਸਾ ਵੀ ਨਹੀਂ ਕਿ ਬੜੇ ਬੜੇ ਅਮੀਰ, ਬੜੇ ਬੜੇ ਜਿਹੜੇ ਆ ਧਨਾਟ ਬੰਦੇ ਜਿਹੜੇ ਨੇ, ਬਹੁਤ ਕੁਛ ਕਰਦੇ ਨੇ। ਹਰ ਇੱਕ ਦੇਸ਼ਾਂ ਦੇ ਵਿੱਚ ਉਹਨਾਂ ਨੇ ਆਪਣੇ ਘਰ ਬਣਾਏ ਪਏ ਨੇ, ਫਲੈਟ ਬਣਾਏ ਨੇ, ਹਰ ਇੱਕ ਸੁੱਖ ਸੁਵਿਧਾ ਦਾ ਸਾਧਨ ਉਹਨਾਂ ਨੇ ਪਾਸ ਰੱਖਿਆ ਹੈ, ਪਰ ਉਹ ਜਿਹੜਾ ਸੁੱਖ ਦੀ ਪ੍ਰਾਪਤੀ ਹੈ ਉਹਨਾਂ ਨੂੰ ਨਹੀਂ ਹੈਗੀ। ਸਭ ਕੁਛ ਪਾਸ ਹੋਣ ਦੇ ਕੋਲ ਕਰਕੇ ਵੀ ਉਹਨਾਂ ਨੂੰ ਉਹ ਸੁੱਖ ਨਹੀਂ ਪ੍ਰਾਪਤ ਹੋ ਰਿਹਾ। ਕੀ ਉਹਦੀ ਵਜ੍ਹਾ ਕੀ ਹੈ? ਜੋ ਵਜ੍ਹਾ ਹੈ, ਅਸੀਂ ਤਾਂ ਆਪਣੇ ਹਿਸਾਬ ਦੇ ਨਾਲ ਵਜ੍ਹਾ ਲੱਭਦੇ ਰਹਿੰਦੇ ਹਾਂ। ਜੋ ਸਾਡਾ ਮਨ ਕਹਿੰਦਾ ਹੈ ਉਹ ਅਸੀਂ ਉਹਦੇ ਪਿੱਛੇ ਲੱਗ ਕੇ ਦੌੜਦੇ ਰਹਿੰਦੇ ਹਾਂ, ਔਰ ਯਤਨ ਕਰਦੇ ਰਹਿੰਦੇ ਹਾਂ ਕਿ ਕਿਸੇ ਨਾ ਕਿਸੇ ਤਰ੍ਹਾਂ ਉਹ ਚੀਜ਼ ਹੱਥ ਦੇ ਵਿੱਚ ਆ ਜਾਵੇ। ਸਤਿਗੁਰਾਂ ਪਾਸ ਵੀ ਆ ਕੇ ਅਸੀਂ ਬੇਨਤੀਆਂ ਕਰਦੇ ਹਾਂ, ਅਰਜ਼ਾਂ ਕਰਦੇ ਹਾਂ, ਬਹੁਤ ਕੁਛ ਉਹਨਾਂ ਕੋਲੋਂ ਮੰਗਦੇ ਹਾਂ। ਜਦੋਂ ਉਹ ਚੀਜ਼ ਦੀ ਪ੍ਰਾਪਤੀ ਨਹੀਂ ਹੁੰਦੀ, ਕਈ ਵਾਰੀ ਮਨ 'ਚ ਰੋਸੇ ਵੀ ਰੱਖ ਲੈਂਦੇ ਹਾਂ ਕਿ ਦੇਖੋ ਜੀ ਮੇਰੀ ਬੇਨਤੀ ਨਹੀਂ ਸੁਣੀ, ਜੋ ਮੈਂ ਕਿਹਾ ਮੇਰੀ ਗੱਲ ਨਹੀਂ ਮੰਨੀ, ਮੈਂ ਸਭ ਕੁਛ ਕਰ ਰਿਹਾ, ਮੈਂ ਨਾਮ ਵੀ ਲਿਆ ਏ, ਮੈਂ ਭਗਤੀ ਵੀ ਕਰ ਰਿਹਾ ਏ, ਸੇਵਾ ਵੀ ਕਰ ਰਿਹਾ ਏ, ਪਰ ਪਤਾ ਨਹੀਂ ਕੀ ਗੱਲ ਏ ਕਿ ਮੇਰੀ ਸੁਣੀ ਕਿਉਂ ਨਹੀਂ ਜਾ ਰਹੀ। ਜੋ ਵੀ ਉਸ ਦਾ ਕਾਰਨ ਨੇ ਉਹ ਅੱਜ ਸਤਿਗੁਰ ਸਾਨੂੰ ਦੱਸ ਰਹੇ ਨੇ। ਕਿਉਂਕਿ ਸਭ ਕੁਛ ਮਿਲ ਜਾਣਾ, ਸਭ ਕੁਛ ਇਹਨੂੰ ਪ੍ਰਾਪਤ ਹੋ ਜਾਣਾ ਸੌਖਾ ਹੈ, ਪਰ ਜਿਹੜੀ ਸਤਿਗੁਰਾਂ ਦੀ ਖੁਸ਼ੀ ਜਿਹੜੀ ਹੈ, ਸਤਿਗੁਰਾਂ ਦੀ ਦਇਆ ਕਿਰਪਾ ਜਿਹੜੀ ਹੈ, ਇਹ ਬਈ ਕਿਸੇ ਚੀਜ਼ ਨਾਲ ਖਰੀਦੀ ਨਹੀਂ ਜਾ ਸਕਦੀ। ਇਸ ਲਈ ਉਹਨਾਂ ਨੇ ਫਰਮਾਇਆ ਕਿ ਕੀ ਉਹਦਾ ਕਾਰਨ ਨੇ, ਜੋ ਉਹਦੀ ਘਾਟ ਹੈ, ਉਹਦੇ ਬਾਰੇ ਸਾਨੂੰ ਦੱਸ ਰਹੇ ਨੇ ਕਿ ਅਰੇ ਮਨ ਰੰਗ ਜਾ ਸਤਿਗੁਰੂ ਪ੍ਰੀਤ। ਹੋਰ ਕੋਈ ਕਾਰਨ ਨਹੀਂ ਹੈ। ਗੁਰੂ ਨੂੰ ਮਿਲੇ ਆ, ਗੁਰੂ ਕੋਲੋਂ ਨਾਮ ਉਪਦੇਸ਼ ਲਿਆਏ, ਗੁਰੂ ਗੁਰੂ ਕਰੀ ਵੀ ਜਾਂਦੇ ਹਾਂ, ਸਭ ਕੁਛ ਕਰਦੇ ਪਏ ਹਾਂ, ਪਰ ਜੋ ਗੁਰੂ ਦੇ ਨਾਲ ਪ੍ਰੀਤ ਚਾਹੀਦੀ ਸੀ, ਜੋ ਗੁਰੂ ਨਾਲ ਪਿਆਰ ਚਾਹੀਦਾ ਸੀ, ਉਹ ਨਹੀਂ ਬਣਿਆ। ਬਸ ਇਹੋ ਹੀ ਘਾਟ ਹੈ ਸਿਰਫ।
ਹੋਰ नहीं कोई गल, सारा संसार ही भगती कर रहा है। पर सतगुਰਾਂ ने फरमाता कि क्या हिंदू, क्या मुसलमान, क्या सिख, ईसाई, जैन, गुर भगती पूरे बिना कोई ना पावे चैन। कहते कोई भी होवे चैन नहीं उन्होंने आ सकता, उन्होंने संतोष जिहड़ा नहीं मिल सकता, खुशी नहीं मिल सकती। की वजह है? क्योंकि गुरु दे नाल प्रीत नहीं है। नर देही जब जब मिली किया ना सतगुरु प्यार। कई बार पहला भी जन्म लिया, कई बार सतगुरु भी मिले, पर हर वेले वो जिहड़ी चीज़ रह गई कदे करके कि सतगुरां नाल प्यार नहीं बनिया। सारे संसार नाल प्रीत हो गई, ਧੀਆਂ ਪੁੱਤਰਾਂ नाल प्रीत हो गई, ਕੰਮਾਂ ਕਾਰਾਂ नाल, दुकानां नाल, नौकरियां नाल प्रीत हो गई। सारिया चीज़ां जो भी असीं अखां नाल असीं देख रहे हैं, दूर संसार 'ਚ देख रहे हैं, सारियां नाल ही प्रेम हो गया। पर जिहदे नाल प्रेम करना सी उहदे नाल प्रेम नहीं बनिया। ਜਦੋਂ तक वो गल नहीं बनेगी जिहदे वास्ते सानू ये नरदेही मिली है, वो काम नहीं ਜਦੋਂ तक बनया तो बाकी सारे बन भी जाणगे, की होएगा ਉਹਦੇ ਨਾਲ। मैं कहा कि बने तो सतगुर से बने, होर किसी ने सारे संसार ਨਾਲ बन भी गई, ਇਹਦਾ कोई की सवार देवेगा? कुछ नहीं सवार सकता ਇਹਦਾ। पर ਅਸੀਂ ਆਪਣੇ ਦਿਮਾਗ ਨਾਲ, ਪੜ੍ਹਾਈ ਲਿਖਾਈ ਦੇ ਨਾਲ ਅਸੀਂ ਉਹ ਸੁੱਖ ਚੈਨ ਪਾਉਣਾ ਚਾਹੁੰਦੇ ਹਾਂ। ਬੜੇ ਬੜੇ ਅਫਸਰ, ਬੜੇ ਬੜੇ ਜਿਹੜੇ ਆ ਜੱਜ, ਵਕੀਲ ਜਿਹੜੇ ਨੇ ਉਸ ਨੂੰ ਨਹੀਂ ਪਾ ਸਕੇ। ਕਿਉਂਕਿ ਜਿਹੜੀ ਵਿੱਦਿਆ ਦੀ ਗੱਲ ਅਸੀਂ ਕਰਦੇ ਹਾਂ ਉਹਨਾਂ ਬਾਰੇ ਸੰਤਾਂ ਦਾ ਕੀ ਖਿਆਲ ਹੈ? ਉਹ ਕਹਿੰਦੇ ਨੇ ਇਹ ਵਿੱਦਿਆ ਤੂੰ ਬੜੀ ਅਵਿਦਿਆ, ਤੂੰ ਸੰਤਨ ਕੀ ਕਦਰ ਨਾ ਜਾਣੀ। ਕਿਉਂਕਿ ਜੋ ਦਇਆ ਦਾ ਸਾਗਰ ਲੈ ਕੇ ਆਏ ਸਾਡੇ ਵਾਸਤੇ, ਉਹਦੇ ਵਾਸਤੇ ਸਾਡੀ ਝੋਲੀ ਨਾ ਤਿਆਰ ਹੋ ਸਕੀ, ਉਹਦੇ ਵਾਸਤੇ ਸਾਡੇ ਅੰਦਰ ਜੋ ਪ੍ਰੇਮ ਸੀ ਉਹ ਪੈਦਾ ਨਾ ਹੋ ਸਕਿਆ। ਉਹਨਾਂ ਨੇ ਤਾਂ ਦੱਸ ਦਿੱਤਾ, ਸਾਫ਼ ਹੀ ਫਰਮਾ ਦਿੱਤਾ ਕਿ ਬਈ ਕੋਈ ਹੋਰ ਨਹੀਂ, ਸਾਰਿਆਂ ਨਾਲ ਪ੍ਰੀਤ ਅਸੀਂ ਕਰ ਲੈਂਦੇ ਹਾਂ, ਸਾਰਿਆਂ ਨਾਲ ਅਸੀਂ ਜਿਹੜੇ ਠਾਠਾ ਵਾਕਾ ਕਰ ਲੈਂਦੇ ਹਾਂ। ਪਰ ਜਿਹੜੀ ਚੀਜ਼ ਗੁਰੂ ਦੇ ਨਾਲ ਬਣਨੀ ਸੀ ਉਹ ਕਿਉਂ ਨਹੀਂ ਬਣੀ? उन्होंने साफ कर देता, क्लियर कर देता कि जितना हेत कुटुंब से उतना गुरु से होए, सीधा जाए सतलोक को पल्ला ना पकड़े कोई। गुरु नाल साडा नाता की है? गुरु नाल रोस भी करते हैं, गुरु कोल जिहड़ी दौलत जिहड़ी उन्हां पासों चाहुंदे आ दया वाली, सारे संसार च किसी कोल है नहीं, कितों मिलदी नहीं। पता भी है कि वो गुरु दे पासों किसी गुरु दे पासों ही मिलनी है, होर कोई इत्थे कोई ऐसा शाहूकार नहीं है कि जिहदे कोल दौलत हैगी है। पर ਉਹਦੀ ਅਸੀਂ कीमत की अदा करते हैं? सतगुਰਾਂ ने फरमाना भाई गुरु दरबार च आके सुखना ना सुखीए। सुखना का मतलब की सी कि ਅਸੀਂ ਵਪਾਰ करना शुरू कर दें। ये सुखना का रस्ता नहीं है कि साढ़े आ हो जाए तो ਅਸੀਂ आ कर देवांगे, इन्ने दिन सेवा करके तो आ मिल जाए, आ चीज़ करके आ मिल जाए। ये रस्ता संतां का नहीं है, ये हैगा रस्ता प्रेम का। ਜਦੋਂ तक असी प्रेम नहीं करांगे उदों तक ਇਹਦੀ ਜਿਹੜੀ ਆ दशा नहीं बदलेगी। ਹੁਣ सतगुरु साफ ही फरमाਉਂਦੇ ਨੇ कि बई अरे मन रंग जा सतगुरु प्रीत। क्योंकि ਜਿਹੜੀ चीज़ नहीं बनी ਉਹਦੇ वास्ते ही सानू समझा रहे हैं। क्योंकि मन बाकियां सारियां नाल प्रीतां कर लईआं ने, सब नाल कर लिया, पर गुरु नाल जिहड़ी चीज़ वो क्यों नहीं बनती, बस ਉਹਦੇ बारे सानू समझा रहे हैं कि अरे मन रंग जा सतगुरु प्रीत, होए मत और किसी का मीत। अजय कि उन्होंने बड़ा खोल के फरमाया है। मैं कहा कि मित्र तेरा कोई नहीं संगियन में, क्यों होवे तू इन ठगियन में। पर फिर भी मन जिहड़ा आ इहनूं समझ नहीं लगदी। बार बार मार खाने आ, बार बार असी धोखे खाने आ, पर जा जा फिर उत्थे ही सिर मारदे, टक्करां उत्थे ही मारदे आ जिथों कुछ नहीं मिलता। कई बार असी देखा होगा संगत दे विच ऐसे कुछ जीव हुंदे ने कि जिन्हां नूं कई बारी सतगुरां ने जाग सुत्तिआं नूं जगाया, जाग दवाई। मन गए इस चीज़ नूं, मन गए हमेशा कि नहीं कोई दुनिया ते नहीं अपना हैगा, कुछ नहीं है, गुरु तो इलावा कोई नहीं है। पर जदों मन धोखा दिंदा है, करदा है, ये फिर जा जा उत्थे ही टक्करा मारदा है। पर गुरु वाले पासे जदों भी जिस तरह मर्जी भावें उसदा हुक्म मन्निया जांदा है, नहीं मन्निया जांदा, पर कभी भी गुरु का दरवाजा कभी साडे वास्ते बंद नहीं हुंदा। जिस तरह दे भी हैं, जिस तरह दे मर्जी आ, हमेशा
ਜਿਸ ਤਰ੍ਹਾਂ ਇੱਕ ਮਾਂ ਜਿਹੜੀ ਇਹ ਬਾਹਾਂ ਅੜ ਕੇ ਬੱਚੇ ਨੂੰ ਗਲ ਨਾਲ ਲਾਉਣ ਨੂੰ ਹਰ ਵੇਲੇ ਉਤਾਵਲੀ ਰਹਿੰਦੀ ਹੈ, ਇਸੇ ਤਰ੍ਹਾਂ ਸਤਿਗੁਰ ਸਾਨੂੰ ਜਿਸ ਤਰ੍ਹਾਂ ਦੇ ਮਰਜ਼ੀ ਲਿਬੜੇ ਤਿਬੜੇ ਆ, ਕਦੀ ਵੀ ਸਾਨੂੰ ਕਦੀ ਫਟਕਾਰਦੇ ਨਹੀਂ। ਪਰ ਉਧਰ ਨੂੰ ਪ੍ਰੇਮ ਨਹੀਂ ਬਣਦਾ, ਉਧਰਲੇ ਪਾਸੇ ਸਾਡੀ ਜਿਹੜੀ ਹੈ ਚਾਹਤ ਨਹੀਂ ਵੱਧਦੀ। ਹੁਣ ਹੁੰਦੇ ਨੇ ਕਿ ਹੋਏ ਮਤ ਔਰ ਕਿਸੇ ਕਾ ਮੀਤ, ਕੋਈ ਇਹ ਨਹੀਂ ਕਿ ਸਾਨੂੰ ਕੋਈ ਗਲਤ ਪੜ੍ਹਾ ਰਹੇ ਨੇ ਕਿ ਕਿਸੇ ਦਾ ਮਿੱਤਰ ਨਹੀਂ ਬਣਨਾ। ਕਿਸੇ ਦਾ ਮਿੱਤਰ ਨਹੀਂ ਬਣਨਾ ਤੇ ਇਹਦਾ ਮਤਲਬ ਇਹ ਨਹੀਂ ਕਿ ਇਹਦਾ ਅਸੀਂ ਸਾਰਿਆਂ ਨਾਲ ਦੁਸ਼ਮਣੀ ਕਰ ਲੈਣੀ ਹੈ ਕਿ ਜਾਂ ਸਾਰੇ ਸਾਡੇ ਦੁਸ਼ਮਣ ਹੋ ਗਏ ਨੇ, ਨਹੀਂ। ਦੁਸ਼ਮਣ ਕੋਈ ਨਹੀਂ ਹੈ, ਪਰ ਇਹਦਾ ਇਹ ਵੀ ਮਨ 'ਚ ਭਰੋਸਾ ਹੋਵੇ ਕਿ ਸਾਡਾ ਮਿੱਤਰ ਵੀ ਕੋਈ ਨਹੀਂ, ਮੀਤ ਵੀ ਕੋਈ ਨਹੀਂ ਹੈ। ਨਾ ਕੋਈ ਬੈਰੀ ਨਾ ਹੀ ਕੋਈ ਬੇਗਾਨਾ, ਸਗਲ ਸੰਗ ਹਮਰੀ ਬਣਾਈ। ਪਰ ਮਨ ਦੇ ਵਿੱਚ ਕੋਈ ਨਾ ਕੋਈ ਚੀਜ਼ ਤਾਂ ਰਹਿੰਦੀ ਹੈ, ਜਾਂ ਤਾਂ ਅਸੀਂ ਦੋਸਤੀ ਕਰਦੇ ਹਾਂ ਜਾਂ ਅਸੀਂ ਦੁਸ਼ਮਣੀ ਕਰਦੇ ਹਾਂ, ਔਰ ਦੋਨੋਂ ਹੀ ਚੀਜ਼ਾਂ ਸਾਨੂੰ ਫਸਾਉਣ ਵਾਲੀਆਂ ਨੇ। ਦੋਸਤੀ ਕਰਦੇ ਹਾਂ ਤਾਂ ਵੀ ਫਸਾ ਲਿਆ ਆਪਣੇ ਆਪ ਨੂੰ, ਜੇ ਦੁਸ਼ਮਣੀ ਕੀਤੀ ਤਾਂ ਵੀ ਫਸਾ ਲਿਆ। ਪਰ ਸਤਿਗੁਰਾਂ ਦੀ ਇੱਕ ਅਨੋਖੀ ਅਵਸਥਾ ਹੁੰਦੀ ਹੈ, ਉਹ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਕੇ ਜਿਹੜੀ ਆਪਣੇ ਸਤਿਗੁਰਾਂ ਦੀ ਖੁਸ਼ੀ ਪ੍ਰਾਪਤ ਕਰਦੇ ਨੇ। ਇਸ ਕਰਕੇ ਆਪਣੇ ਸਤਿਗੁਰਾਂ ਦਾ ਵਚਨ ਜੋ ਵੀ ਇਹ ਸਾਨੂੰ ਫਰਮਾਉਂਦੇ ਨੇ, ਮੈਂ ਕਈ ਵਾਰ ਬੇਨਤੀ ਕਰਦਾ ਹਾਂ ਕਿ ਸਤਸੰਗ ਦੇ ਵਿੱਚ ਬੈਠ ਕੇ, ਸਤਸੰਗ ਦੇ ਵਿੱਚ ਆ ਕੇ ਸਤਿਗੁਰਾਂ ਦੇ ਪਾਸ ਬੇਨਤੀ ਅਰਦਾਸ ਵੀ ਕਰਿਆ ਕਰੀਏ ਕਿ ਜੋ ਸਤਿਗੁਰੂ ਜੀ ਸਾਨੂੰ ਸਮਝਾਉਣਾ ਚਾਹੁੰਦੇ ਹੋ ਉਹ ਸਾਨੂੰ ਸਮਝ ਲੱਗ ਜਾਵੇ, ਜੋ ਅਸੀਂ ਲੈਣ ਆਏ ਹਾਂ ਉਹ ਸਾਡੀ ਝੋਲੀ ਦੇ ਵਿੱਚ ਪੈ ਜਾਵੇ, ਔਰ ਉਹਨੂੰ ਸੰਭਾਲ ਕੇ ਆਪਣੇ ਨਾਲ ਲਿਜਾ ਸਕੀਏ। ਕਿਉਂਕਿ ਸਤਸੰਗ ਕੋਈ ਘੱਟ ਨਹੀਂ ਸੁਣੇ, ਜਾਂ ਕੋਈ ਬਾਣੀ ਕੋਈ ਘੱਟ ਨਹੀਂ ਸੁਣੀ, ਪਹਿਲਾਂ ਬਹੁਤ ਸਤਸੰਗ ਸੁਣੇ ਆ। ਫਰਮਾਇਆ ਕਿ ਸਤਸੰਗ ਕਰਤ ਬਹੁਤ ਦਿਨ ਬੀਤੇ, ਅਬ ਤੋਂ ਛੋੜ ਪੁਰਾਣੀ ਬਾਣ। ਸਤਸੰਗ ਕਾਹਦੇ ਵਾਸਤੇ ਸੁਣਦੇ ਆ ਕਿ ਮਨ ਦੀ ਦਸ਼ਾ ਬਦਲੇ, ਆਦਤਾਂ ਜਿਹੜੀਆਂ ਨੇ ਉਹ ਛੁੱਟ ਜਾਣ। ਪਰ ਜਦੋਂ ਆਦਤਾਂ ਹੀ ਨਹੀਂ ਬਦਲਦੀਆਂ ਜਾਂ ਸਾਨੂੰ ਪਤਾ ਹੀ ਨਹੀਂ ਲੱਗਦਾ ਤੇ ਫਿਰ ਕੋਈ ਮਤਲਬ ਨਹੀਂ ਰਹਿ ਜਾਂਦਾ ਇਹਨਾਂ ਚੀਜ਼ਾਂ ਦਾ। ਹੁਣ ਉਹਦੇ ਕਰਕੇ ਮੈਂ ਕਿਹਾ ਕਿ ਬਈ ਬੇਨਤੀ ਅਰਦਾਸ ਕਰੀਏ। ਐਸਾ ਤਾਂ ਨਹੀਂ ਆ ਕਿ ਅਸੀਂ ਯਤਨ ਨਹੀਂ ਕਰਦੇ, ਸਾਰੇ ਹੀ ਯਤਨ ਕਰਦੇ ਹਾਂ, ਕੋਸ਼ਿਸ਼ ਕਰਦੇ ਹਾਂ। ਕੌਣ ਚਾਹੁੰਦਾ ਕਿ ਮੈਂ ਗੁਰੂ ਦੀ ਖੁਸ਼ੀ ਨਾ ਪ੍ਰਾਪਤ ਕਰਾਂ? ਪਰ ਕਾਲ ਦਾ ਐਸਾ ਮਾਇਆ ਐਸਾ ਉਹਦਾ ਦੇਸ਼ ਹੈ ਕਿ ਐਸੇ ਲਿਸ਼ਕਾਰੇ ਪੈਂਦੇ ਨੇ ਕਿ ਵਧੋ ਵਧੀ ਅਸੀਂ ਪੁੱਠੇ ਰਸਤਿਆਂ 'ਤੇ ਚੱਲ ਪੈਂਦੇ ਹਾਂ। ਪਤਾ ਹੁੰਦਿਆਂ ਹੋਇਆ ਸਭ ਕੁਛ ਲੋਕਾਂ ਨੂੰ ਦੱਸਾਂਗੇ, ਦੂਸਰਿਆਂ ਨੂੰ ਅਸੀਂ ਸਭ ਕੁਝ ਸਮਝਾ ਦੇਵਾਂਗੇ, ਦੂਸਰੇ ਨੂੰ ਕਹਿ ਦੇਵਾਂਗੇ ਕਿ ਗੁਰੂ ਤੋਂ ਬਗੈਰ ਕੋਈ ਨਹੀਂ ਹੈਗਾ, ਗੁਰੂ ਤੋਂ ਬਗੈਰ ਕੋਈ ਨਹੀਂ ਹੈਗਾ, ਪਰ ਆਪਣੇ ਮੰਨਣ 'ਚ ਨਹੀਂ ਕਦੇ ਵੀ ਆਇਆ। ਗੱਲ ਆਪਣੇ ਮੰਨਣ 'ਤੇ ਹੋਣੀ ਹੈ, ਕਿਉਂਕਿ ਉਹਨੇ ਕਿਹਾ ਕਿ ਅਮਲਾਂ 'ਤੇ ਹੋਣੇ ਆ ਨਬੇੜੇ। ਅਮਲ ਸੇ ਬਣਤੀ ਹੈ ਜ਼ਿੰਦਗੀ, ਜੰਨਤ ਵੀ ਜਹੰਨਮ ਵੀ। ਜਦੋਂ ਤੱਕ ਅਸੀਂ ਅਮਲ ਚ ਵਿੱਚ ਨਹੀਂ ਲਿਆਵਾਂਗੇ ਤੇ ਬਾਕੀਆਂ ਨੂੰ ਦੱਸਿਆ ਕੀ ਕਰੇਗਾ। ਹਰ ਇੱਕ ਦੀ ਇਹੋ ਹਾਲਤ ਹੁੰਦੀ ਹੈ ਕਿ ਦੂਸਰਿਆਂ ਵਾਸਤੇ ਗਿਆਨ ਆ ਜਾਂਦਾ ਹੈ, ਆਪਣੇ ਵਾਸਤੇ ਨਹੀਂ ਆਉਂਦਾ। ਸਤਿਗੁਰਾਂ ਨੇ ਫਰਮਾਉਣਾ ਕਿ ਆਪਣੇ ਘਰ ਦੀ ਨੂੰ ਅੱਗ ਲੱਗੀਏ ਤੇ ਦੂਸਰਿਆਂ ਦੇ ਘਰਾਂ ਦੇ ਅੱਗਾਂ ਬੁਝਾਉਣ ਦਾ ਠੇਕਾ ਚੁੱਕ ਲੈਂਦੇ ਆ। ਨਹੀਂ, ਦੂਸਰਿਆਂ ਦਾ ਘਰ ਦਾ ਨਹੀਂ, ਉਹਦਾ ਆਪਣਾ ਕਰਮ ਆ। ਅਸੀਂ ਆਪਣਾ ਦੇਖੀਏ, ਤੂੰ ਆਪਣੀ ਨਿਬੇੜ, ਤੈਨੂੰ ਦੂਜੇ ਨਾਲ ਕੀ। ਜਿਹੜਾ ਬੰਦਾ ਆਪ ਦੁਖੀ ਹੈ ਉਹਦੇ ਵਾਸਤੇ ਸਾਰਾ ਸੰਸਾਰ ਹੀ ਦੁਖੀ ਹੁੰਦਾ ਹੈ। ਜਿਹੜਾ ਆਪ ਸੁਖੀ ਹੈ ਉਹਦੇ ਵਾਸਤੇ ਸਾਰਾ ਸੰਸਾਰ ਸੁਖੀ ਹੈ। ਇਸ ਕਰਕੇ ਆਪਣੀ ਜਿਹੜੀ ਹੈ ਹਾਲਤ ਨੂੰ ਬਦਲਣ ਵਾਸਤੇ ਸਤਿਗੁਰਾਂ ਦਾ ਬਚਨ ਮੰਨੀਏ। ਉਹਨੇ ਫਰਮਾਇਆ, ਅਰੇ ਮਨ ਰੰਗ ਜਾ ਸਤਿਗੁਰੂ ਪ੍ਰੀਤ। ਬਸ ਇੱਕੋ ਹੀ ਜਿਹੜਾ ਸਤਿਗੁਰਾਂ ਦਾ ਰੰਗ ਹੀ ਐਸਾ ਵਾ ਕਿ ਜਿਹੜਾ ਬਈ ਕਦੀ ਲੱਥੇਗਾ ਨਹੀਂ। ਜੇ ਇੱਕ ਵਾਰੀ ਚੜ ਗਿਆ ਤੇ ਬਈ ਫਿਰ ਬਾਕੀ ਰੰਗ ਆਪੇ ਫਿੱਕੇ ਲੱਗਣੇ ਸ਼ੁਰੂ ਹੋ ਜਾਣੇ। ਪਰ ਉਹਨੂੰ ਕਰਨ ਵਾਸਤੇ ਸਭ ਤੋਂ ਪਹਿਲਾਂ ਕੀ ਚਾਹੀਦਾ ਹੈ ਕਿ ਸਤਿਗੁਰਾਂ ਦਾ ਪਿਆਰ, ਪ੍ਰੇਮ। ਅਸੀਂ ਬਾਣੀ ਰੋਜ਼ ਸੁਣਦੇ ਹਾਂ, ਰੋਜ਼ ਅਸੀਂ ਪੜ੍ਹਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਬਾਣੀ ਦੇ ਵਿੱਚ ਹਰ ਥਾਂ ਤੇ ਗੁਰੂ ਦੀ ਬਹੁਤ ਸ਼ੋਭਾ ਦੱਸੀ ਹੈ। ਪਰ ਮਨ ਜਿਹੜਾ ਆ ਸਭ ਕੁਝ ਸੁਣਦਾ ਸੁਣਾਉਂਦਾ ਕਰਦਿਆਂ ਵੀ ਉਸ ਚੀਜ਼ ਦੇ ਰਸਤੇ ਤੇ ਨਹੀਂ ਆਉਂਦਾ ਪਿਆ। ਬਸ ਇਹੋ ਹੀ ਘਾਟ ਹੈ ਸਰ। ਹਾਂਜੀ ਬੇਟੇ, ਇੱਕ ਵਾਰੀ ਫਿਰ ਪੜ੍ਹ ਦਿਓ। ਅਰੇ ਮਨ ਰੰਗ ਜਾ ਸਤਿਗੁਰ ਪ੍ਰੀਤ, ਹੋਏ ਮਤ ਔਰ ਕਿਸੀ ਕਾ ਮੀਤ। ਕਿਉਂਕਿ ਪ੍ਰੀਤ ਜਿਹੜੀ ਹੈ, ਨੇਹ ਜਿਹੜਾ ਆ ਗੁਰੂ ਦੇ ਨਾਲ ਹੀ ਹੋਣਾ ਚਾਹੀਦਾ। ਕਹਿ ਕਿ ਜਿਨ ਕੀ ਨੇਹ ਗੁਰੂ ਸਿੰਘ ਨਾਹੀ, ਸੰਸੇ ਰੋਗ ਭੋਗ ਨਿਤ ਵਿਆਪੇ, ਪਕੜ ਪਕੜ ਜਮ ਖਾਏ। ਕਿਹਨਾਂ ਵਾਸਤੇ? ਜਿਨ ਕੀ ਨੇਹ ਗੁਰੂ ਸੰਗ ਨਾਹੀ। ਬਾਕੀ ਸਾਰਿਆਂ ਨਾਲ ਮੈਂ ਪਹਿਲਾਂ ਦੱਸਿਆ ਕਿ ਹੋ ਜਾਣੀ ਕੋਈ ਵੱਡੀ ਗੱਲ ਨਹੀਂ ਹੈ।
थोड़ी देर किसी नाल सफ़र करते हैं तो उहदे नाल साडा नाता बन जाता है। एक दूसरे दे नंबर असी मोबाइल नंबर लै लैंदे, एक दूजे का एड्रैस लै लैंदे, एक दूजे नाल गलबात शुरू कर दें, सब कुछ कर लें, पर गुरु दे नाल असी सारी उम्र गुजार दें तो गुरु वाला जिहड़ा रंग आ वो असी अपने उत्ते चढ़न नहीं देंदे। इस करके हमेशा पहला ये यतन करिए कि गुरु दे नाल साडी बन जाए। गुरु की मूरत मन में ध्यान, गुरु के शब्द मंत्र मन मान। गुरु के वचन जिहड़े हिरदे दे विच वस जाण, जिस तरह एक मंत्र हुंदा है, जिस तरह असीं कह दिंदे कि फलाणा चीज़ का मंत्र जिहड़ा वा ये वा, इसे तरह ही ये मंत्र जिहड़े गुरु के वचन ने ये साडे हिरदे दे विच आ, बिल्कुल पक्के हो जाण, छप जाण, विश्वास हो जाए, भरोसा हो जाए। कोई सत्संग तो बहुत बार सुने हैं, बहुत बार वचन सुने हैं। उन्होंने फरमाया गुरु गुरु गुर कर मन मोर, गुरु जिहा मैं नाही होर, गुरु की टेक रहो दिन रात, जाकी कोई ना मेटे दात, गुरु परमेश्वर एको जान, जो तिस भावे सो परवान। पर मन जिहड़ा आ उस गल ते आउंदा ही नहीं। जिथों सब कुछ मिलता है, जिथों सब कुछ मिलना है, उत्थे की करता, उत्थे रोसे रख बैठता है, उत्थे ही व्यापार शुरू कर लेंदा है। जो संसार वाला, जो संसार दे नाल करना सी वो गुरु नाल करना शुरू कर दिंदा है, ते जो गुरु नाल करना सी वो संसार दे नाल नाता पाल लिया। इस करके हमेशा सतगुरां दे रंग दे विच रंगे रहिए। जिस तरह गुरुआं दे वचन कि बई रंग बहुत ने, इत्ते बहुत रंग ने, पर सब रंग कच्चे ने, लथ जाते हैं। संसार दे विच चलदिआं असीं देखते हैं, कईयां नूं देखते हैं, वड्डिआं नूं, अपने बजुर्गां नूं, कईयां नूं असीं कि बई किस तरह वो रंग फिक्के पए। जिन्हां सतगुरां कोलों जिन्हां दे सुख मंगे, जिन्हां वास्ते सारी उम्र मंगते रहे, सुखना सुखते रहे, सब कुछ करते रहे, पता ही नहीं लगा, एक मिनट दे विच ही वो कहंदे कि जिस तरह पता ही नहीं लगा किहड़े वेले वो रंग जिहड़े सी लथ गए। मन जिहड़ा आ दुखी हो गया कि बई सारा जिंदगी मैं इन्हां वास्ते कर छड्डी, बई ये मेरे बने नहीं। पर सतगुरां ने तो कई बारी फरमाउणा, कहना सोचो तुहाडा दुनिया च कौन है। पर मन जदों विश्वास करेगा गुरु के वचन ते, मैं कहा गुरु के शब्द मंत्र मन मान, जदों इन्ना विश्वास भरोसा आ जाएगा तो बई गल जरूर बनेगी। हाँ जी बेटे। अरे मन रंग जा सतगुर प्रीत, होए मत और किसी का मीत, यही अब तारो हित कर चीत, बिना गुरु जानो सभी अनीत। हुण गल जिहड़ी है बड़ी वखरी जी लगदी है कि भी गुरु सानू की कह की रहे ने, कहंदे ने कि तुहाडा कोई मित्र ही नहीं है इत्थे, किसी नूं अपना मीत ना बनाओ। हुण फरमाउंदे ने यही अवतारो हित कर चीत, बिना गुर जानो सभी अनीत। पर ये साडे समझ जो गुरु समझाउंदा उदों नहीं आउंदी, जो साडे तजर्बे च आउंदी है फिर असीं मंनदे हां। पर चाहिए की है कि बई उन्हां दा तजर्बा जिहड़ा है उहदे तो फायदा लईए। साडी उम्र तजर्बिਆਂ वास्ते बहुत छोटी है, उन्हां दा युगां दा तजर्बा है। साडा किसी का 5 साल 10 साल 20 साल 50 साल, कोई 60 साल 70 साल कोई होएगा तजर्बा, वो भी तजर्बे साडे बदलते रहंदे ने। जिहड़ा छोटे हुंदे तजर्बा हुंदा वो वड्डिआं हुंदे बदल जाता है, जवानी च बदल जाता है। जिहड़ा जवानी च तजर्बे हुंदे ने वो बुढ़ापे च बदल जाते हैं। पर जिहड़ा उन्हां दा तजर्बा है वो युगां दा है। हुणे बाणी कदों दी उन्होंने रची, कदों दा उन्होंने बाणी लिख दी है, पर जदों भी असीं उन्हां दी शरण चाहांगे सतगुरां दा जिहड़ा दया वाला प्रसाद मिलेगा। कह कि गुरु नूं खुश कर दो, गुरु नूं राजी कर। दुनिया नूं खुश करन दे चक्कर च ना प्यार है, दुनिया ने कभी खुश नहीं होना। जिन्ना मर्जी असीं दुनिया दा कर लईए, पर जिस दिन असीं थोड़ा जिहा ना कीता उस दिन उस अवस्था ते आ जाना जिथों असीं चले सी।
ਸਾਰੀ ਉਮਰ ਕਿਸੇ ਦਾ ਕਰਦੇ ਰਹੀਏ, ਇੱਕ ਦਿਨ ਨਾ ਕਰੀਏ ਤੇ ਬਈ ਅਗਲਾ ਕਹਿੰਦਾ ਤੂੰ ਮੇਰੇ ਵਾਸਤੇ ਕੀਤਾ ਕੀ ਹੈ। ਮਾਂ ਪਿਓ ਬੱਚੇ ਨੂੰ ਪਾਲਦੇ ਨੇ, ਪੋਸਦੇ ਨੇ, ਵੱਡਿਆਂ ਕਰਦੇ ਨੇ, ਹਰ ਇੱਕ ਉਹਦੀ ਜ਼ਰੂਰਤ ਪੂਰੀ ਕਰਦੇ ਨੇ, ਪਰ ਇੱਕ ਟਾਈਮ ਆਉਂਦਾ ਹੈ ਬੱਚਾ ਕਹਿੰਦਾ ਤੁਸੀਂ ਮੇਰੇ ਲਈ ਕੀਤਾ ਕੀ ਹੈ। ਹੁਣ ਇਸੇ ਕਰਕੇ ਸਤਿਗੁਰ ਫਰਮਾਉਂਦੇ ਨੇ ਕਿ ਤੂੰ ਇਹਨੂੰ ਠਾਠਾ ਵਾਕਾ ਕਰ, ਡਿਊਟੀਆਂ ਆਪਣੀਆਂ ਸਾਰੀਆਂ ਕਰ। ਇਹ ਨਹੀਂ ਕਿ ਕੰਮ ਕਾਰ ਨਹੀਂ ਕਰਨੇ ਜਾਂ ਛੱਡ ਕੇ ਕੋਈ ਬਾਹਰ ਭੱਜ ਜਾਣਾ ਹੈ। ਪਰ ਕਿਸ ਤਰ੍ਹਾਂ, ਜੈਸੇ ਜਲ ਮੇ ਕਮਲ ਨਿਰਾਲਮ ਮੁਰਗਾਈ ਨਿਸ਼ਾਨੇ। ਜਿਸ ਤਰ੍ਹਾਂ ਕਮਲ ਦਾ ਫੁੱਲ ਚਿੱਕੜ ਚ ਰਹਿੰਦਿਆਂ ਹੋਇਆ ਆਪਣੇ ਆਪ ਨੂੰ ਵੱਖਰੇ ਦਾ ਵੱਖਰਾ ਰੱਖਦਾ ਹੈ, ਮੁਰਗਾਬੀ ਉਹਦਾ ਖੁਰਾਕ ਜਿਹੜੀ ਹੈ ਪਾਣੀ ਦੇ ਵਿੱਚ ਹੈ, ਪਾਣੀ ਦੇ ਵਿੱਚ ਆਪਣੀ ਖੁਰਾਕ ਲੈਣ ਵਾਸਤੇ ਜਾਂਦੀ ਹੈ, ਪਰ ਸੁੱਕੇ ਪਰਾਂ ਦੇ ਨਾਲ ਉੱਡ ਜਾਂਦੀ ਹੈ, ਉਹਦੇ ਵਿੱਚ ਫਸ ਨਹੀਂ ਜਾਂਦੀ। ਇਸੇ ਤਰ੍ਹਾਂ ਸੰਸਾਰ ਦੇ ਵਿੱਚ ਰਹਿਣਾ ਹੈ, ਕੰਮ ਸਾਰੇ ਕਰਨੇ ਆ, ਪਰ ਰਾਜੀ ਕਿਹਨੂੰ ਕਰਨਾ ਹੈ, ਖੁਸ਼ ਕਿਹਨੂੰ ਕਰਨਾ ਹੈ? ਬਈ ਗੁਰੂ ਨੂੰ। ਕਿਉਂਕਿ ਗੁਰੂ ਰਾਜੀ ਤੋਂ ਕਰਤਾ ਰਾਜੀ, कर्म काल की चले ना बाजी, गुरु प्रसन्न होवे जिस जन पर, वही जीव है सबसे ऊपर। गुरु प्रसन्न और सब रूठे, तो भी इसका रोम ना टूटे। पर भाई गुरु प्रसन्न और सब रूठे, पर एक थान फरमाया कि गुरु का खुश होना है बारी, सतपुरुष निज कृपाधारी। कोई एडा सौखा है दुनिया में, तो कुछ भी जिस तरह मर्जी कुछ तो लिंबियां पोचियां गल्लां करके कुछ कर लेने, माड़ा जिहा किसी नूं मान वडियाई दे दईए, बल्ले बल्ले तुसीं ते बड़े चंगे हो, तुसीं बड़े चंगे हो, अगला ऐ खुशी ना फुल जाता है। पर गुरु ने इदां कुछ नहीं होना हैगा। गुरु सानूं अंदरों देखदा पिया है, बाहरों नहीं उन्हें रिझना हैगा। असी करते हैं, कहते गुरु को ऊपर ऊपर गाता, गुरु को दिल भीतर नहीं लाता, कारज तेरा कैसे होवे भाई, गुरु संग उपरी प्रीत लगाई। अंदरों हिरदे तो जिहड़ी भी गल करनी हिरदे तो करनी है। जिस तरह के भी है लिबड़े तिबड़े आ तो बई उन्होंने अगे अर्ज करिए कि सतगुरु जी दया करो, कृपा करो, मेरा मन भरोसा नहीं करता, मेरा मन विश्वास नहीं करता, मेरा मन जिहड़ा हुक्म ते नहीं चलता, चलन नहीं दिंदा। पर जे असी लिंबियां पुच्छियां गल्लां दे नाल सोचांगे कि गुरु नूं खुश कर लवांगे तो वह गल गलत है। दुनिया साडी जिहड़ी एक्टिंग पोजिंग देखती है, बाहरों देखती है, पर गुरु सानूं अंदरों देखता है। सतगुरु ने फरमाना कि बई ये गुर मर्यादा के मुताबक ये सतगुरां दी ड्योड़ी लंघ आवे तो भी वो गुरु किहड़ा फिर इहनूं जे चलावे ना। पर किसी भी टाइम के उत्ते देखिए सारी दुनिया ने नहीं उन्होंने मन्निया। कईयां ने उन्होंने फरमाया कि भाई आप नारायण कला तार जग माहे परवरिओ, तो कईयां ने उन्होंने दुश्मनियां कीतियां। किसी ने उन्होंने भगवान की पदवी दी, किसी ने उन्होंने नारायण की पदवी दी, तो किसी ने उन्होंने जेलों च डक दिता। वो अपना अपना भाग है। असी देखना है कि असी किस रस्ते ते चलना है। जे साडे मन दे विच विश्वास भरोसा आ गया, जे असी उस सतगुरां दी रहनी फड़ लई, तो बई क्यों ना जिहड़ी दशा बदलेगी, सब कुछ बदलेगा। असीं कहने दुख सुख दे कह गुरु के सिख को दुख ना व्यापे, गुरु का सेवक दह दिस जापे। हुण जां ते असीं कह दईए कि गुरु दे बचन गलत ने, ये नहीं हो सकता कभी बचन गलत, पर यह है कि गुरु के सिख बनीए सही। सतगुरु ने फरमाना कि सिख जिहड़ा है बई किसी वेशभूषा का नाम नहीं है, शिष्य बनना वही उन्होंने जो भी वचन सतगुरां दा हुंदा है, जो गुरु का वचन है उहदे उत्ते सत वचन करके अपने जीवन नूं उहदे उत्ते चला देना है। क्योंकि ये जिहड़ा मार्ग है उन्होंने कहा कि जे चलना तो असीं चाहुंदे आ, पर पहलां दस्सिया है कि प्रेम का मार्ग है, तो वो वास्ते उन्होंने पहला ही शर्त रखी है कि जे तुहे प्रेम खोलन का चाहो, सिर धर तली गली मुरी आओ, इत मार्ग पैर तरीजे, सिर दीजे कान ना कीजे। गल्लां बातां नाल नहीं गल, क्योंकि जिस तरह के असी गुरु नाल चलते हैं उस तरह के गुरु साडे नाल चलदा है। जाकी रही भावना जैसी, प्रभ मूरत देखी तिन तैसी। अपने मन दे विच जो भी भाव है, जिस तरह का भाव है, सतगुरां ने बड़े बचन खोल खोल के कीते। सानूं फरमाया कि भी गुरु शीशे वांग ही है, जो इसकी तस्वीर है वही उभर के आ जानी है, जो ये अंदर भाव है उस तरह दी ही तस्वीर अगे बननियां शुरू हो जांदियां ने। जिन्हां ने उस टाइम के उत्ते उन्हां नाल दुश्मनी की, उन्होंने अपने दुश्मनी नज़र आए। जिन्हां ने उन्होंने कामी क्रोधी समझिया, उन्हां अपने अंदर वो चीज़ सी, तो उस तरह ही सतगुरां की तस्वीर बनती रही।
ਜਿਨ੍ਹਾਂ ਨੇ ਉਹਨਾਂ ਨੂੰ ਸਤਿਪੁਰਸ਼ ਅਕਾਲ ਪੁਰਖ ਸਮਝ ਕੇ ਪੂਜਿਆ, ਉਹਨਾਂ ਨੂੰ ਸਤਿਪੁਰਸ਼ ਅਕਾਲ ਪੁਰਖ ਵਾਲੀ ਜਿਹੜੀ ਦਇਆ ਕਿਰਪਾ ਪ੍ਰਾਪਤ ਹੋਈ ਉਹਨਾਂ ਨੂੰ। ਪਰ ਸਾਰੇ ਸੰਸਾਰ ਦਾ ਇੱਕੋ ਜਿਹਾ ਕਦੇ ਹਾਲ ਨਹੀਂ ਰਿਹਾ। ਜਿਸ ਤਰ੍ਹਾਂ ਕਲਾਸ ਦੇ ਵਿੱਚ ਬੱਚੇ ਹੁੰਦੇ ਨੇ, ਸਾਰੇ ਬੱਚੇ ਫੇਲ ਨਹੀਂ ਹੁੰਦੇ, ਸਾਰੇ ਬੱਚੇ ਫਸਟ ਨਹੀਂ ਆਉਂਦੇ, ਤੇ ਜਿਸ ਤਰ੍ਹਾਂ ਦੀ ਉਹਨਾਂ ਦੀ ਦਸ਼ਾ ਹੁੰਦੀ, ਜਿਸ ਤਰ੍ਹਾਂ ਦਾ ਆਪਣੇ ਟੀਚਰ ਦੇ ਕਹਿਣੇ ਤੇ ਚੱਲਦੇ ਹੁੰਦੇ ਆ, ਉਸ ਤਰੀਕੇ ਦੇ ਨਾਲ ਹੀ ਉਹਨਾਂ ਦੀ ਦਸ਼ਾ ਬਣਦੀ ਹੈ। ਇਸ ਕਰਕੇ ਕੀ ਕਰਨਾ ਹੈ ਕਿ ਆਪਣੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਦ੍ਰਿੜ ਵਿਸ਼ਵਾਸ ਰੱਖ ਕੇ, ਭਰੋਸਾ ਰੱਖ ਕੇ ਚੱਲਣਾ ਹੈ। ਕਿਉਂਕਿ ਅੱਜ ਤਾਂ ਬਚਨ ਹੀ ਜਿਹੜਾ ਉਹਨਾਂ ਨੇ ਫਰਮਾਇਆ ਕਿ ਅਰੇ ਮਨ ਰੰਗ ਜਾ ਸਤਿਗੁਰੂ ਪ੍ਰੀਤ, ਕਚਿਆਈ ਹੋਰ ਕੋਈ ਨਹੀਂ ਹੈ। ਕਚਿਆਈ ਸਿਰਫ ਇਹੋ ਹੀ ਹੈ ਕਿ ਸਾਨੂੰ ਗੁਰੂ ਦੀ ਪ੍ਰੀਤ ਵਾਲਾ ਰੰਗ ਨਹੀਂ ਚੜਿਆ। ਗੁਰੂ ਵਾਸਤੇ ਅਸੀਂ ਕੀ ਕੁਰਬਾਨੀ ਦੇਣ ਨੂੰ ਤਿਆਰ ਹੈ। ਕੁਰਬਾਨੀ ਉਹਨਾਂ ਨੇ ਹੋਰ ਸੰਸਾਰ ਦੀ ਨਹੀਂ ਮੰਗੀ, ਕਿਸੇ ਚੀਜ਼ ਦੀ ਨਹੀਂ। ਉਹਨਾਂ ਨੇ ਨਹੀਂ ਕਿਹਾ ਕਿ ਘਰ-ਬਾਰ ਵੇਚ ਕੇ ਸਾਨੂੰ ਦੇ ਦੇ, ਹੋਰ ਕੋਈ ਚੀਜ਼ ਜਿਹੜੀ ਸਾਨੂੰ ਭੇਟ ਕਰ ਦੇ। ਮੈਂ ਕਿਹਾ ਕਿ ਜੇ ਤੁਸੀਂ ਪ੍ਰੇਮ ਖੇਲਣ ਕਾ ਚਾਹੋ, ਸਿਰ ਧਰ ਤਲੀ ਗਲੀ ਮੁਰੀਆ। ਸਿਰ ਉਹਨਾਂ ਨੇ ਕਿਹਾ ਕਿ ਧਰ ਕੇ ਆ, ਹੋਰ ਕੋਈ ਕੀਮਤ ਨਹੀਂ ਹੈ ਉਹਦੀ। ਕਿਉਂਕਿ ਜਦੋਂ ਤੱਕ ਇਹ ਆਪਣਾ ਆਪ ਭੇਟ ਨਹੀਂ ਕਰੇਗਾ, ਇਹਨੂੰ ਗੁਰੂ ਦੇ ਰਸਤੇ ਦਾ ਪਤਾ ਹੀ ਨਹੀਂ ਲੱਗਣਾ ਇਹਨੂੰ। ਕਿਉਂਕਿ ਜੇ ਆਪਣੇ ਇਸ ਦਿਮਾਗ ਦੇ ਨਾਲ ਗੁਰੂ ਨੂੰ ਪਰਖਣ ਦੀ ਕੋਸ਼ਿਸ਼ ਕਰਦਾ ਰਹੇਗਾ, ਤੇ ਇਹ ਕਦੀ ਵੀ ਇਹਦੇ ਉਹ ਬੁੱਧੀ ਦੇ ਵਿੱਚ ਉਹਨੇ ਗੁਰੂ ਨੇ ਨਹੀਂ ਆਉਣਾ। ਕਿਉਂ ਪਾਇਆ ਕਿ ਜੇ ਕੋਈ ਕਹੇ ਸੰਤ ਹਮ ਚੀਨ, ਤੁਲਸੀ ਹਾਥ ਕਾਨ ਪਰ ਦੀਨ, ਕੋਟਨ ਜੁਗ ਜੋ ਸਮਾਧ ਲਗਾਵੇ, ਤੋ ਵੀ ਸੰਤ ਕਾ ਅੰਤ ਨਾ ਪਾਵੇ। ਅਸੀਂ ਬੁੱਧੀ ਦੇ ਨਾਲ ਯਤਨ ਕਰਦੇ ਰਹਿੰਦੇ ਹਾਂ ਉਹਨਾਂ ਨੂੰ ਆਪਣੇ ਦਾਇਰੇ 'ਚ ਲਿਆਉਣ ਦੀ, ਉਹ ਗੱਲ ਨਹੀਂ ਬਣਨੀ। ਬਸ ਇੱਕੋ ਹੀ ਹੈਗਾ ਆ, ਇੱਕੋ ਤਰੀਕੇ ਦੇ ਨਾਲ ਵਸ 'ਚ ਆ ਸਕਦੇ ਆ, ਕਹਿੰਦੇ ਪ੍ਰੇਮ ਦੇ ਨਾਲ। ਪ੍ਰੇਮ ਦੀ ਡੋਰੀ ਐਸੀ ਆ ਕਿ ਜਿਹੜੀ ਉਹਨਾਂ ਨੂੰ ਬਣ ਸਕਦੀ ਹੈ। ਹੋਰ ਕੋਈ ਚੀਜ਼ ਨਹੀਂ ਹੈਗੀ ਜਿਹਦੇ ਨਾਲ ਅਸੀਂ ਉਹਨੂੰ ਪ੍ਰਾਪਤ ਕਰ ਸਕੀਏ। ਤੇ ਉਹਨੇ ਫਰਮਾਇਆ ਕਿ ਯਹੀ ਅਵਤਾਰੋ ਹਿਤ ਕਰ ਚੀਤ, ਬਿਨਾ ਗੁਰ ਜਾਨੋ ਸਭੀ ਅਨੀਤ। ਕਹਿੰਦੇ ਇਹੋ ਹੀ ਬਈ ਗੁਰੂ ਦਾ ਹਿੱਤ ਹੈ, ਹੋਰ ਕੋਈ ਨਹੀਂ ਹੈ। ਇਹਨੂੰ ਆਪਣੇ ਮਨ ਦੇ ਵਿੱਚ ਪੱਕਾ ਕਰ ਲਾ ਕਿ ਬਈ ਗੁਰੂ ਵਰਗਾ ਦੁਨੀਆ ਦੇ ਵਿੱਚ ਕੋਈ ਨਹੀਂ ਹੈ। ਸਾਰੇ ਸੰਸਾਰ ਦੇ ਬੜੇ ਨਾਤੇ ਮਿਲਣਗੇ, ਬੜੇ ਆਪਣੇ ਬਣਨਗੇ, ਪਰ ਬਈ ਗੁਰੂ ਵਰਗਾ ਕੋਈ ਨਹੀਂ ਹੈਗਾ। ਪਰ ਜਿਨ੍ਹਾਂ ਨੂੰ ਇਹ ਤਜਰਬਾ ਹੋ ਗਿਆ, ਜਿਸ ਤਰ੍ਹਾਂ ਰਾਜੇ ਜਨਕ ਦੀ ਸੁਣਾਇਆ ਸੀ ਕਿ ਸੁਖਦੇਵ ਜੀ ਜਦੋਂ ਗਏ ਗੁਰੂ ਧਾਰਨਾ ਵਾਸਤੇ, ਪਹਿਲਾਂ ਮਨ ਦੇ ਵਿੱਚ ਬੜਾ ਹੰਕਾਰ ਸੀ, ਬੜਾ ਕੁਛ ਸੀ ਕਿ ਮੈਂ ਤੇ ਇੰਨੀ ਤਪੱਸਿਆ ਕੀਤੀ ਹੈ, ਮੈਂ ਤੇ ਜਨਮ ਤੋਂ ਹੀ ਇੰਨੀਆਂ ਮੈਨੂੰ ਰਿੱਧੀਆਂ ਸਿੱਧੀਆਂ ਨੇ। ਪਰ ਜਦੋਂ ਗੁਰੂ ਧਾਰ ਕੇ ਆਏ ਤੇ ਉਹਨਾਂ ਦੇ ਪਿਤਾ ਜੀ ਨੇ ਪੁੱਛਿਆ ਕਿ ਬਈ ਗੁਰੂ ਕਿਸ ਤਰ੍ਹਾਂ ਦਾ ਲੱਗਾ, ਕਿਸ ਤਰ੍ਹਾਂ ਦਾ ਹੈ? ਬਸ ਚੁੱਪ, ਕੋਈ ਜ਼ਬਾਨ ਨਹੀਂ ਹਿੱਲੀ। ਫਿਰ ਉਹਨੂੰ ਪੁੱਛਿਆ ਕਿ ਬਈ ਦੱਸ ਤੇ ਸਹੀ, ਬੜਾ ਖੁਸ਼ ਲੱਗ ਰਿਹਾ ਹੈ, ਗੁਰੂ ਕਿਹੋ ਜਿਹਾ ਹੈ? ਪਰ ਕੋਈ ਜਵਾਬ, ਕਿਉਂਕਿ ਗੁਰੂ ਵਰਗਾ ਕੋਈ ਹੋਵੇ ਤੇ ਉਹਨੂੰ ਦੱਸੇ। ਉਹਦੇ ਪਿਤਾ ਜੀ ਪੁੱਛਣ ਲੱਗੇ ਕਿ ਬਈ ਗੁਰੂ ਕਿਸ ਤਰ੍ਹਾਂ ਹੈ, ਸੂਰਜ ਵਰਗਾ ਹੈ? ਕਹਿਣ ਲੱਗਾ ਕਿ ਹਾਂ, ਪ੍ਰਕਾਸ਼ਮਾਨ ਤੇ ਸੂਰਜ ਵਰਗੇ ਹੀ ਹੈ ਗੁਰੂ, ਪਰ ਸੂਰਜ ਦੇ ਵਿੱਚ ਤਪਸ਼ ਹੈ, ਗੁਰੂ ਦੇ ਵਿੱਚ ਤਪਸ਼ ਨਹੀਂ ਹੈਗੀ, ਉਹ 'ਚ ਸ਼ੀਤਲਤਾ ਹੈ। ਫਿਰ ਕਹਿਣ ਲੱਗੇ ਅੱਛਾ ਚੰਦਰਮਾ ਵਰਗੇ ਨੇ, ਫਿਰ ਚੰਦਰਮਾ ਵਰਗੇ ਸ਼ੀਤਲ ਨੇ? ਕਹਿੰਦੇ ਹਾਂ, ਸ਼ੀਤਲਤਾ ਤੇ ਚੰਦਰਮਾ ਨਾਲੋਂ ਵੀ ਬਹੁਤ ਵੱਧ ਹੈ, ਪਰ ਬਈ ਚੰਦਰਮਾ ਦੇ ਵਿੱਚ ਵੀ ਦਾਗ ਹੈ, ਉਹਦੇ ਗੁਰੂ 'ਚ ਕੋਈ ਦਾਗ ਨਹੀਂ ਹੈਗਾ। ਫਿਰ ਪੁੱਛਿਆ ਕਿ ਫਿਰ ਤੂੰ ਦੱਸ ਕਿ ਗੁਰੂ ਕਿਹਦੇ ਵਰਗਾ ਹੈ, ਤੂੰ ਹੀ ਦੱਸ ਦੇ। ਕਹਿਣ ਲੱਗਾ ਮੈਨੂੰ ਦੁਨੀਆ ਤੇ ਕੋਈ ਐਸੀ ਮਿਸਾਲ ਹੀ ਨਹੀਂ ਦਿਸਦੀ ਪਈ ਗੁਰੂ ਤੇ, ਜਿਹਦੇ ਨਾਲ ਮੈਂ ਗੁਰੂ ਦੀ ਤੁਲਨਾ ਕਰਾਂ। ਕੋਈ ਇਹੋ ਜਿਹਾ ਮੇਰੇ ਕੋਲ ਕੋਈ ਨਹੀਂ ਕੋਈ ਚੀਜ਼ ਹੈਗੀ ਕਿ ਜਿਹਦੇ ਵਾਸਤੇ ਕਹਾਂ ਬਸ ਗੁਰੂ ਵਰਗਾ ਗੁਰੂ ਹੀ ਹੈ, ਹੋਰ ਕੋਈ ਨਹੀਂ ਹੈਗਾ। ਪਰ ਇੰਨਾ ਕਿਤੇ ਵਿਸ਼ਵਾਸ ਬਣਨਾ ਸੌਖੀ ਗੱਲ ਹੈ। ਪਰ ਜਿਨ੍ਹਾਂ ਦਾ ਬਣ ਗਿਆ, ਉਹਨੇ ਕਿਹਾ ਗੁਰੂ ਪਰਮੇਸ਼ਵਰ ਇੱਕੋ ਜਾਣ, ਜੋ ਤਿਸ ਭਾਵੇ ਸੋ ਪ੍ਰਵਾਨ। ਉਸ ਘਰ ਦੇ ਵਿੱਚ ਉਹੀ ਪ੍ਰਵਾਨ ਹੋਏ ਜਿਨ੍ਹਾਂ ਦਾ ਇੰਨਾ ਨਿਸ਼ਚਾ ਬਣ ਗਿਆ, ਜਿਨ੍ਹਾਂ ਦਾ ਇੰਨਾ ਆ ਗਿਆ ਕਿ ਬਈ ਗੁਰੂ ਹੀ ਪਰਮੇਸ਼ਵਰ ਹੈ। ਕਿਸੇ ਵੀ ਟਾਈਮ ਦੇ ਉੱਤੇ ਇਤਿਹਾਸ ਖੋਲ ਕੇ ਵੇਖ ਲਈਏ, ਬਈ ਜਿਨ੍ਹਾਂ ਨੂੰ ਵਿਸ਼ਵਾਸ ਭਰੋਸਾ ਆ ਗਿਆ, ਉਹਨਾਂ ਦੀ ਉਹ ਜਿਹੜੇ ਮੁਕਤ ਹੋ ਗਏ, ਉਹਨਾਂ ਨੂੰ ਕਿਸੇ ਗੱਲ ਦੀ ਘਾਟ ਨਹੀਂ ਆਈ। ਭਾਵੇਂ ਦੁਨੀਆ ਨੇ ਜੋ ਮਰਜ਼ੀ ਕਿਹਾ ਕਰਾਇਆ, ਪਰ ਉਹਨਾਂ ਨੂੰ ਕੋਈ ਦੁਖੀ ਨਹੀਂ ਕਰ ਸਕਿਆ। ਤੇ ਕਹਿੰਦੇ ਨੇ ਕਿ ਬਸ ਇਹੋ ਹੀ ਮੇਰਾ ਹਿੱਤ ਹੈ, ਇਹਨੂੰ ਤੂੰ ਆਪਣੇ ਚਿੱਤ ਦੇ ਵਿੱਚ ਵਸਾ ਲਾ ਕਿ ਬਈ ਗੁਰੂ ਵਰਗਾ ਗੁਰੂ ਹੀ ਹੈ, ਹੋਰ ਕੋਈ ਨਹੀਂ ਹੈਗਾ। ਹਾਂਜੀ, ਅੱਗੇ ਬੇਟੇ। ਯਹੀ ਅਬ ਤਾਰੋ ਹਿਤ ਕਰ ਚੀਤ, ਬਿਨਾ ਗੁਰੂ ਜਾਨੋ ਸਭੀ ਅਨੀਤ। गुरु से लेना जायुन सीत, तजो सब कल मल
रहो अतीत। ਹੁਣ ਸਤਿਗੁਰ ਤੇ ਪ੍ਰਸ਼ਾਦ ਸੀਤ ਪ੍ਰਸ਼ਾਦ ਦੇਣ ਨੂੰ ਤਿਆਰ ਹੀ ਨੇ। ਉਹ ਤੇ ਆਏ ਕਾਦੇ ਵਾਸਤੇ ਨੇ? ਸਾਨੂੰ ਉਹ ਪ੍ਰਸ਼ਾਦ ਬਖਸ਼ਣ ਹੀ ਆਏ ਆ। ਬਲ ਦੇ ਹਿਰਦੇ ਨੂੰ ਤਾਂ ਕੁਛ ਤੋਂ ਬਚਾਉਣ ਵਾਸਤੇ, ਇਹਨੂੰ ਠੰਡਕ ਬਖਸ਼ਣ ਵਾਸਤੇ ਹੀ ਆਏ ਆ। ਪਰ ਸਤਿਗੁਰਾਂ ਦੇ ਬਚਨ ਸੀ ਕਿ ਬਈ ਠੀਕ ਹੈ, ਭਾਵੇਂ ਕਾਬਲ ਤਾਂ ਨਹੀਂ ਹੋ ਸਕਦਾ ਉਸ ਚੀਜ਼ ਦੇ, ਪਰ ਫਿਰ ਵੀ ਸਤਿਗੁਰਾਂ ਨੇ ਫਰਮਾਇਆ ਸੀ ਕਿ ਬਈ ਸੀਤ ਪ੍ਰਸ਼ਾਦ ਲੈਣ ਵਾਲਾ ਮੂੰਹ ਵੀ ਤਾਂ ਬਣਾਉਣਾ ਹੈ। ਅਸੀਂ ਆਪਣੀ ਰਹਿਣੀ ਤਾਂ ਉਸ ਜੀ ਕਰਨੀ ਹੈ। ਸਾਰਾ ਸੰਸਾਰ ਹੀ ਉਹ ਬਈ ਉਹਦਾ ਬੱਚਾ ਹੈ। ਸਾਰੇ ਸੰਸਾਰ ਦੇ ਹੀ ਉਹ ਮਾਲਕ ਨੇ। ਪਰ ਜਿਹੜਾ ਉਹਨਾਂ ਦੇ ਰਸਤੇ ਤੇ ਚੱਲਦਾ, ਕਹਿੰਦਾ ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚਿਹਰਾ। ਰਹਿਣੀ ਰਹੇ ਜੋ। ਤਾਂ ਹੁਣ ਫਰਮਾਉਂਦੇ ਨੇ ਕਿ ਗੁਰੂ ਸੇ ਲੈਣਾ ਜਾ ਉਨ ਸੀਤ, ਤਜੋ ਸਭ ਕਲਮਲ ਰਹੋ ਅਤੀਤ। ਠੀਕ ਹੈ ਬਈ ਇਹ ਕਾਮ ਕ੍ਰੋਧ ਮੋਹ ਲੋਭ ਜਿਹੜੇ ਆ ਤੰਗ ਕਰਦੇ ਨੇ, ਸੌਖੇ ਤਾਂ ਨਹੀਂ ਹੈਗੇ ਛੱਡਣੇ। ਪਰ ਸਤਿਗੁਰਾਂ ਨੇ ਸਾਨੂੰ ਕਦੋਂ ਕਿਹਾ ਕਿ ਬਈ ਜਦੋਂ ਤੂੰ ਬਿਲਕੁਲ ਇਹਨਾਂ ਤੋਂ ਸਾਫ਼ ਹੋਏਗਾ ਉਦੋਂ ਹੀ ਮੇਰੇ ਪਾਸ ਆਈ। ਉਹ ਤਾਂ ਕਹਿੰਦੇ ਤੂੰ ਮਾਨਤਾ ਕਰ ਗੁਰੂ ਤੇ, ਤੂੰ ਗੁਰੂ ਨੂੰ ਆਪਣਾ ਸਮਝ ਤੇ ਸਹੀ, ਤੈਨੂੰ ਗੁਰੂ ਪਿਆਰਾ ਤਾਂ ਲੱਗੇ, ਤੈਨੂੰ ਇਹ ਇੰਨਾ ਮਾਣ ਤੇ ਆਵੇ ਕਿ ਗੁਰੂ ਵਰਗਾ ਕੋਈ ਹੋਰ ਹੈ ਹੀ ਨਹੀਂ ਹੈ। ਪਰ ਇੰਨਾ ਭਰੋਸਾ, ਇੰਨਾ ਮਾਣ ਜਿਹੜਾ ਆ ਆਉਂਦਾ ਨਹੀਂ, ਕਿਉਂਕਿ ਸਾਡਾ ਹਿਰਦਾ ਜਿਹੜਾ ਆ ਇਹਦੇ ਵਿੱਚ ਅਜੇ ਕੁਛ ਦਾ ਕੁਛ ਹੋਰ ਹੀ ਭਰਿਆ ਪਿਆ ਹੈ। ਸਤਿਗੁਰਾਂ ਨੇ ਵਚਨ ਬਹੁਤ ਵਾਰ ਫਰਮਾਏ, ਬਹੁਤ ਵਾਰ ਸਾਖੀਆਂ ਸੁਣਾਣੀਆਂ ਕਿ ਬਈ ਜਿਹੜਾ ਕੋਈ ਗੁਰੂ ਦਾ ਪਿਆਰ ਲੈਣਾ ਚਾਹੁੰਦਾ ਹੈ, ਕਿਉਂਕਿ ਸ਼ੀਸ਼ ਦੀਏ ਗੁਰੂ ਮਿਲੇ ਤੋ ਵੀ ਸਸਤਾ ਜਾਨ। ਇੰਨਾ ਪਿਆਰਾ ਲੱਗੇ ਕਿ ਆਪਣਾ ਸ਼ੀਸ਼ ਦੇਣ ਲੱਗਿਆ ਵੀ ਇੱਕ ਮਿੰਟ ਨਾ ਸੋਚੇ। ਪਰ ਇਸ ਚੀਜ਼ ਦੀ ਉਹਨਾਂ ਕਿਹਾ ਕਿ ਕਦਰ ਜਿਹੜੀ ਹੈ ਕਿਹਨੂੰ ਹੈ? ਕਹਿੰਦੇ ਸਾਰ ਫੁੱਲਾਂ ਦੀ ਬੁਲਬੁਲ ਜਾਣੇ, ਸਾਫ਼ ਦਿਮਾਗਾਂ ਵਾਲੀ, ਸਾਰ ਫੁੱਲਾਂ ਦੀ ਇਲਕੀ ਜਾਣੇ, ਮੁਰਦੇ ਖਾਵਣ ਵਾਲੀ। ਇਸ ਚੀਜ਼ ਦੀ ਤੇ ਉਸ ਭਗਤਾਂ ਨੂੰ, ਉਹਨਾਂ ਨੂੰ ਪਿਆਰਿਆਂ ਨੂੰ ਕਦਰ ਹੈ ਨਾ, ਕਿ ਜਿਨ੍ਹਾਂ ਨੂੰ ਕੋਈ ਸਤਿਗੁਰਾਂ ਨਾਲ ਪਿਆਰ ਹੋ ਗਿਆ। ਉਹਨਾਂ ਨੂੰ ਪਤਾ ਹੈ ਕਿ ਗੁਰੂ ਕੀ ਤਾਕਤ ਹੈ, ਗੁਰੂ ਕੀ ਦਿੰਦਾ ਹੈ, ਗੁਰੂ ਕੀ ਬਖਸ਼ਣ ਵਾਸਤੇ ਆਇਆ ਹੈ। ਜਿਨ੍ਹਾਂ ਦੇ ਦਿਮਾਗਾਂ ਦੇ ਵਿੱਚ ਮਾਣ ਵਡਿਆਈ ਹੰਕਾਰ ਭਰਿਆ ਪਿਆ ਹੈ, ਉਹਨੂੰ ਗੁਰੂ ਦੇ ਨਾਲ ਪਿਆਰ ਕਿੱਥੋਂ ਬਣੇਗਾ? ਬਸ ਕਰਨਾ ਕੀ ਹੈ ਕਿ ਦੁਨੀਆ ਦੀਆਂ ਜਿਹੜੀਆਂ ਦੌਲਤਾਂ, ਦੁਨੀਆ ਦੇ ਜਿਹੜੇ ਰੰਗ ਤਮਾਸ਼ੇ ਆ, ਇਧਰੋਂ ਮਨ ਨੂੰ ਥੋੜ੍ਹਾ ਜਿਹਾ ਹਟਾ ਕੇ ਗੁਰੂ ਦੇ ਰੰਗ 'ਚ ਰੰਗਣ ਦੀ ਕੋਸ਼ਿਸ਼ ਕਰਨੀ ਹੈ। ਤੁਹਾਨੂੰ ਫਰਮਾਇਆ ਹੈ ਕਿ ਗੁਰੂ ਸੇ ਲੈਣਾ ਜਾ ਉਨ ਸੀਤ, ਤਜੋ ਸਭ ਕਲਮਲ ਰਹੋ ਅਤੀਤ। ਇੱਕ ਕਲਮਲ ਜਿਹੜਾ ਵਾ ਇਹ ਚੱਲਦਾ ਹੀ ਰਹਿਣਾ ਵਾ। ਇਹ ਨਹੀਂ ਹੈ ਕਿ ਕੋਈ ਦੁੱਖ ਜਾਂ ਸੁੱਖ ਜਿਹੜੇ ਆ, ਇਹ ਕੋਈ ਸੁੱਖ ਮਿਲ ਜਾਣਗੇ, ਦੁੱਖ ਹਟ ਜਾਣਗੇ ਤੇ ਫਿਰ ਅਸੀਂ ਭਗਤੀ 'ਚ ਲੱਗਾਂਗੇ। ਜਾਂ ਕਈ ਵਾਰੀ ਅਸੀਂ ਸੋਚਦੇ ਹਾਂ ਕਿ ਜਿੱਦ ਕੋ ਜਿਹੜੀ ਵੀ ਚੀਜ਼ ਦੀ ਕਮੀ, ਉਹ ਕਹਿੰਦਾ ਘਰ ਬਣ ਜਾਵੇ ਫਿਰ ਮੈਂ ਚੈਨ ਨਾਲ ਭਗਤੀ ਕਰਾਂਗਾ, ਫਿਰ ਮੈਂ ਕਰਾਂਗਾ। ਕੋਈ ਕਹਿੰਦਾ ਮੇਰਾ ਕੰਮ ਸੈੱਟ ਹੋ ਜਾਵੇ ਫਿਰ ਮੈਂ ਗੁਰੂ ਵਾਲੇ ਪਾਸੇ ਲੱਗਾਂਗਾ। ਕੋਈ ਕਹਿੰਦਾ ਮੇਰੇ ਬੱਚੇ ਜਿਹੜੇ ਆ ਸੈੱਟ ਹੋ ਜਾਣ, ਬੱਚਿਆਂ ਦਾ ਵਿਆਹ ਸ਼ਾਦੀਆਂ ਹੋ ਜਾਣ, ਫਿਰ ਮੈਂ ਗੁਰੂ ਦੀ ਭਗਤੀ ਵੱਲ ਲੱਗਾਂਗਾ। ਪਰ ਇਹ ਕੰਮ ਨਹੀਂ ਕਦੀ ਮੁੱਕਣੇ ਹੈਗੇ। ਫਿਰ ਦੱਸਿਆ ਸੀ ਕਿ ਉਹ ਇੱਕ ਰਾਜਾ ਸੀ ਤੇ ਉਹ ਆਪਣਾ ਲੈ ਕੇ ਕਿਤੇ ਜਾ ਰਿਹਾ ਸੀ ਆਪਣਾ ਘੋੜੇ ਨੂੰ, ਤੇ ਰਸਤੇ 'ਚ ਉਹਨੂੰ ਘੋੜੇ ਨੂੰ ਬਹੁਤ ਪਿਆਸ ਲੱਗੀ, ਕਿਤੇ ਰਸਤੇ 'ਚ ਪਾਣੀ ਨਾ ਕਿਤੇ ਮਿਲਿਆ। ਤੇ ਇੱਕ ਜੰਗਲ ਨੇ ਦੇਖਿਆ ਕਿ ਖੂਹ ਦੇ ਉੱਤੇ ਕਿਸਾਨ ਇੱਕ ਜਿਹੜਾ ਸੀ ਉਹ ਜੋਇਆ ਸੀ, ਉਹਨੇ ਬੋਲ ਲੱਗੇ ਤੇ ਉਹ ਟਿੰਨਾਂ ਚੱਲ ਰਹੀਆਂ ਸੀ, ਪਾਣੀ ਜਿਹੜਾ ਖੂਹ 'ਚੋਂ ਆ ਰਿਹਾ ਸੀ, ਉਹਨੇ ਘੋੜੇ ਨੂੰ ਉਧਰ ਨੂੰ ਮੋੜ ਲਿਆ, ਜਾ ਕੇ ਤੇ ਲਾਗੇ ਪਹੁੰਚ ਗਿਆ। ਪਾਣੀ ਆਉਂਦਾ ਪਿਆ ਸੀ, ਇੱਕ ਘੋੜੇ ਨੂੰ ਅੱਗੇ ਕੀਤਾ ਕਿ ਪੀਣ ਵਾਸਤੇ, ਤੇ ਉਹ ਘੋੜਾ ਪੀਣ ਵਾਸਤੇ ਮੂੰਹ ਥੱਲੇ ਕਰੇ ਤੇ ਉਹ ਜਿਹੜੀ ਕਿੱਲੀ ਜਿਹੜੀ ਠੱਕ ਠੱਕ ਚੱਲਦੀ ਜਿਹੜੀ ਆ, ਤੇ ਉਹ ਬਾਰ-ਬਾਰ ਜਦੋਂ ਪੀਣ ਲੱਗੇ ਆਵਾਜ਼ ਆਵੇ ਠੱਕ ਠੱਕ, ਉਹ ਫਿਰ ਡਰ ਕੇ ਪਿਛਾਂਹ ਹੋ ਜਾਵੇ। ਰਾਜੇ ਨੇ 2-3 ਵਾਰੀ ਅੱਗੇ ਕੀਤਾ, ਉਹ ਗੱਲ ਨਾ ਬਣੇ, ਤੇ ਰਾਜਾ ਕਹਿਣ ਲੱਗਾ ਕਿਸਾਨ ਨੂੰ ਕਿ ਤੂੰ ਬੌਲਦਾਂ ਨੂੰ ਡੱਕ ਦੇ ਜਰਾ। ਕਹਿੰਦਾ ਕਿਉਂ? ਕਹਿੰਦਾ ਘੋੜੇ ਨੇ ਪਾਣੀ ਪੀਣਾ ਹੈ। ਕਹਿੰਦਾ ਜੇ ਬੌਲਦ ਡੱਕ ਦਿੱਤੇ ਤੇ ਪਾਣੀ ਕਿੱਦਾਂ ਆਏਗਾ? ਕਹਿੰਦਾ ਪਾਣੀ ਤਾਂ ਹੀ ਆ ਰਿਹਾ ਜੇ ਬੌਲਦ ਚੱਲ ਰਹੇ ਆ, ਤੇ ਇਹ ਠੱਕ ਠੱਕ ਤੇ ਕਹਿੰਦਾ ਹੁੰਦੀ ਰਹਿਣੀ ਹੈ। ਜੇ ਪਾਣੀ ਪੀਣਾ ਤੇ ਠੱਕ ਠੱਕ 'ਚ ਪੀਣਾ ਪੈਣਾ ਤੈਨੂੰ, ਇਸ ਤਰ੍ਹਾਂ ਨਹੀਂ ਮਤਲਬ ਪੀਣਾ। ਹੁਣ ਇਸੇ ਤਰ੍ਹਾਂ ਹੀ ਇਹ ਦੁਨੀਆ ਦੇ ਵਿੱਚ ਜੋ ਵੀ ਕਾਰ ਵਿਹਾਰ ਨੇ ਚੱਲਦੇ ਰਹਿਣੇ ਨੇ, ਇਹ ਤੇ ਮਰਨ ਤੱਕ ਨਹੀਂ ਮੁੱਕਣੇ ਹੈਗੇ। ਬੰਦਾ ਖਤਮ ਹੋ ਜਾਂਦਾ ਆ, ਇਹਦੇ ਕੰਮ ਨਹੀਂ ਖਤਮ ਹੁੰਦੇ। ਜੋ ਵੀ ਕਰਨਾ ਆ ਇਹਦੇ ਨਾਲ ਨਾਲ ਹੀ ਕਰਨਾ ਪੈਣਾ ਹੈ। ਬਾਕੀ ਚੀਜ਼ਾਂ ਵਾਸਤੇ ਸਾਨੂੰ ਸਭ ਪਤਾ ਹੁੰਦਾ ਹੈ। ਅਸੀਂ ਕਹਿੰਦੇ ਹਾਂ ਬੱਚੇ ਸੈੱਟ ਹੋ ਜਾਣ, ਆਹ ਚੀਜ਼ਾਂ ਹੋ ਜਾਣ, ਉਹ ਚੀਜ਼ਾਂ ਹੋ ਜਾਣ। ਜੇ ਕਹਿ ਦਿੰਦੇ ਹਾਂ ਕਿ ਬਈ ਇਹੋ ਹੀ ਉਮਰ ਆ ਕੰਮ ਦੀ,
ਬਾਅਦ 'ਚ ਬੁੱਢੇ ਬਾਰੇ ਕਿੱਥੇ ਕੰਮ ਹੋਣਾ ਵਾ। ਤੇ ਬਈ ਜਿਹੜਾ ਕੰਮ ਇਹ ਜਿਹੜੇ ਬਲਸ਼ਾਲੀ ਸੂਰਮੇ ਨਹੀਂ ਕਰ ਸਕੇ ਜਿਹੜੇ ਆ, ਉਹ ਇਹ ਕੰਮ ਬੁੱਢੇ ਹੋ ਕੇ ਕਰ ਲੇਗਾ। ਉਦੋਂ ਤੇ ਬੈਠਾ ਨਹੀਂ ਜਾਣਾ, ਨਾ ਚੌਂਕੜੀ ਵੱਜਣੀ ਆ, ਨਾ ਇਹਦੇ ਕੋਲੋਂ ਇਹਦਾ ਮਨ ਨਹੀਂ ਕਿਸੇ ਟਿਕਾ 'ਚ ਆਉਣਾ। ਕਦੀ ਇਹਦਾ ਮਨ ਬੱਚਿਆਂ ਵੱਲ ਜਾਣਾ, ਕਦੀ ਇਹਦੀ ਆਪਣੀ ਦੇਹ ਵੱਲ ਜਾਣਾ, ਕਦੀ ਗੋਡੇ ਦੁਖਣਗੇ, ਕਦੀ ਮੋਢੇ ਦੁਖਣਗੇ, ਕਈ ਕੁਛ ਇਹਨੂੰ ਚੇਤੇ ਆਉਣਾ। ਇਹ ਤੇ ਬਈ ਜਦੋਂ ਵੀ ਸਤਿਗੁਰ ਦੇ ਆ ਕਿਰਪਾ ਕਰਨ, ਇਹਨੂੰ ਆਪਣਾ ਨਾਮ ਬਖਸ਼ ਦੇਣ, ਇਹਨੂੰ ਚਾਹੀਦਾ ਸਤਿਗੁਰਾਂ ਅੱਗੇ ਬੇਨਤੀ ਕਰਕੇ ਆਪਣਾ ਰੂਟੀਨ ਬਣਾਉਣਾ ਸ਼ੁਰੂ ਕਰੇ, ਸਤਿਗੁਰਾਂ ਦੀ ਸੇਵਾ ਦੀ ਹਾਜ਼ਰੀ ਭਰਨਾ ਸ਼ੁਰੂ ਕਰੇ। ਇਹ ਕੰਮ ਕਰਨੀ ਖਤਮ ਹੋਣੇ, ਇਹਨੇ ਖਤਮ ਹੋ ਜਾਣਾ। ਪਰ ਜੇ ਸਤਿਗੁਰਾਂ ਦੀ ਦਇਆ ਕਿਰਪਾ ਹੋ ਗਈ, ਉਹਨਾਂ ਦਾ ਉਹ ਸੀਤ ਪ੍ਰਸ਼ਾਦ ਮਿਲ ਗਿਆ, ਤੇ ਬਈ ਫਿਰ ਇਹਦੇ ਜਿਹੜੇ ਕਲਮਲ ਜਿਹੜੇ ਆ ਸਭ ਖਤਮ ਹੋ ਜਾਣਗੇ। ਫਿਰ ਇਹਨੂੰ ਤੰਗ ਨਹੀਂ ਕਰਨਗੇ ਕਿਸੇ ਪਾਸੇ। ਹਾਂਜੀ। गुरु से लेना जायुन सीत, तजो सब कल मल रहो अतीत। मार लो मन को यही पलीत, सूरत में तरो शब्द की रीत। हाँ जी। चढ़ो तुम नभ में ये जग जीत, गहो अब संतन की ये नीत। ਕਹਿੰਦੇ ਨੇ ਕਿ ਦੁਨੀਆ ਦਾ ਜਿਹੜਾ ਰਾਹ ਹੈ ਉਹਨੂੰ ਛੱਡ। ਜੇ ਤੂੰ ਗੁਰੂ ਦੇ ਨਾਲ ਪ੍ਰੇਮ ਪਾਉਣਾ ਚਾਹੁੰਦਾ ਹੈ, ਗੁਰੂ ਦੀ ਖੁਸ਼ੀ ਲੈਣਾ ਚਾਹੁੰਦਾ ਹੈ, ਗੁਰੂ ਦਾ ਸਰੂਪ ਜਿਹੜਾ ਆ ਪਵਿੱਤਰ ਆਪਣੇ ਹਿਰਦੇ 'ਚ ਵਸਾਉਣਾ ਚਾਹੁੰਦਾ ਹੈ, ਉਹ ਅੰਦਰ ਜੋ ਧਨਕਾਰਾਂ ਹੋ ਰਹੀਆਂ ਉਹਨੂੰ ਸੁਣਨਾ ਚਾਹੁੰਦਾ ਹੈ, ਤੇ ਫਿਰ ਜਿਹੜੀ ਦੁਨੀਆ ਦੀ ਜਿਹੜੀ ਆ ਨੇਹ ਦਾ ਘੱਟ ਕਰ। ਕਹਿੰਦੇ ਨਾਰ ਕਹਾਵੇ ਪੀਰ ਕੀ ਔਰ ਯਾਰ ਬਸੇ ਮਨ ਮਾਹੇ। ਇਹ ਗੱਲ ਨਹੀਂ। ਜੇ ਉਸ ਰਸਤੇ ਚੱਲਣਾ ਹੈ ਤੇ ਫਿਰ ਬਈ ਐ ਸੂਰਮਿਆਂ ਵਾਂਗੂ ਹੋ ਕੇ ਚੱਲੀਏ। ਕਿ ਉਹਨੂੰ ਕਹੇ ਭਗਤੀ ਕਰੇ ਕੋਈ ਸੂਰਮਾ, ਜਾਤ ਵਰਣ ਕੁਲ ਖੋਏ, ਕਾਮੀ ਕ੍ਰੋਧੀ ਮਸਕਰਾ ਇਨਸੇ ਭਗਤ ਨਾ ਹੋਏ। ਅਸੀਂ ਬੇਨਤੀਆਂ ਤੇ ਕਰਦੇ ਹਾਂ ਕਿ ਬਈ ਸਰੂਪ ਨਹੀਂ ਆਉਂਦਾ, ਬੇਨਤੀਆਂ ਤੇ ਕਰਦੇ ਹਾਂ ਕਿ ਬਈ ਉਹ ਅੰਦਰ ਧੁਨ ਨਹੀਂ ਸੁਣਾਈ ਦਿੰਦੀ, ਮਨ ਠਹਿਰਦਾ ਨਹੀਂ ਹੈ। ਪਰ ਆਪਣੇ ਅੰਦਰ ਹੀ ਇਸ ਚੀਜ਼ ਦਾ ਜਵਾਬ ਦੇਖੀਏ, ਲੱਭਣ ਦੀ ਕੋਸ਼ਿਸ਼ ਕਰੀਏ ਕਿ ਅਸੀਂ ਗੁਰੂ ਦੇ ਰਸਤੇ ਤੇ ਚੱਲ ਰਹੇ ਹਾਂ। ਜੋ ਗੁਰੂ ਨੇ ਫਰਮਾਇਆ ਸੀ ਉਹਦੇ ਤਰੀਕੇ ਦੇ ਨਾਲ ਅਸੀਂ ਆਪਣੇ ਜੀਵਨ ਨੂੰ ਬਦਲਣ ਦੀ ਕੋਸ਼ਿਸ਼ ਕੀਤੀ। ਗੱਲਾਂ ਨਾਲ ਨਹੀਂ ਗੱਲ ਬਣਨੀ। ਗੱਲਾਂ ਨਾਲ ਅਸੀਂ ਦੁਨੀਆ ਨੂੰ ਭਰਮਾ ਸਕਦੇ ਹਾਂ, ਸਭ ਕੁਝ ਕਰ ਸਕਦੇ ਹਾਂ, ਪਰ ਇਹ ਆਪਣਾ ਹੋਰ ਤਾਂ ਦੁਨੀਆ ਨੂੰ ਭਾਵੇਂ ਵਸ ਕਰ ਲਈਏ, ਆਪਣਾ ਮਨ ਵਸ 'ਚ ਨਹੀਂ ਆਉਣਾ ਹੈਗਾ। ਇਹਨੂੰ ਵਸ ਦੇ ਵਿੱਚ ਲਿਆਉਣ ਵਾਸਤੇ ਗੁਰੂ ਦਾ ਰਸਤਾ ਫੜਨਾ ਪਏਗਾ। ਉਹਨੇ ਫਰਮਾਇਆ ਕਿ ਮਾਰ ਲੋ ਮਨ ਕੋ ਯਹੀ ਪਲੀਤ, ਸੁਰਤ ਮੇਂ ਧਰੋ ਸ਼ਬਦ ਕੀ ਰੀਤ। ਸ਼ਬਦ ਜਿਹੜਾ ਸਤਿਗੁਰਾਂ ਦੇ ਬਚਨ ਜੋ ਨੇ, ਜਿਹੜਾ ਅੰਦਰ ਦਾ ਸ਼ਬਦ, ਅੰਦਰ ਦੀ ਧੁਨ ਤੇ ਫੇਰ ਹੀ ਖੁੱਲੇਗੀ। ਪਹਿਲਾਂ ਸਤਿਗੁਰਾਂ ਦੇ ਬਿਨ ਬਾਹਰ ਸ਼ਬਦ ਦੀ ਸਮਝ ਤੇ ਲੱਗੇ। ਅਜੇ ਤੇ ਉਹਦੀ ਸਮਝ ਨਹੀਂ ਲੱਗੇ ਅੰਦਰ ਦੇ ਸ਼ਬਦ ਇਹਨੂੰ ਕੀ ਪ੍ਰਾਪਤ ਹੋਵੇ, ਉਹਦਾ ਇਹਨੂੰ ਕੀ ਪਤਾ ਲੱਗੇਗਾ। ਫਿਰ ਉਹਨੇ ਫਰਮਾਇਆ ਕਿ ਚੜੋ ਤੁਮ ਨਭ ਮੇ ਇਹ ਜਗ ਜੀਤ। ਇਸ ਜਗ ਨੂੰ ਕਹਿੰਦੇ ਜਿੱਤ ਕੇ। ਜਗ ਨੂੰ ਜਿੱਤਣਾ ਕੀ ਇਹ ਨਹੀਂ, ਸਿਕੰਦਰ ਨੇ ਸਾਰੇ ਸੰਸਾਰ ਨੂੰ ਜਿੱਤ ਲਿਆ ਸੀ, ਪਰ ਉਸ ਤਰੀਕੇ ਨਾਲ ਨਹੀਂ ਉਹਨਾਂ ਨੇ ਕਿਹਾ ਕਿ ਇਹਨੂੰ ਸੰਸਾਰ ਨੂੰ ਕੋਈ ਲੜਾਈ ਲੜ ਕੇ ਜਿੱਤਣਾ ਹੈ। ਸੰਸਾਰ ਦੇ ਜਿੱਤਣ ਦਾ ਮਤਲਬ ਹੈ ਕਿ ਆਪਣੇ ਮਨ ਨੂੰ ਜਿੱਤਣਾ ਹੈ। ਜੇ ਆਪਣੇ ਮਨ ਨੂੰ ਜਿੱਤ ਲਿਆ ਕਿ ਮਨ ਜੀਤੇ ਜਗ ਜੀਤੇ। ਜੇ ਆਪਣੇ ਮਨ ਨੂੰ ਜਿੱਤ ਲਿਆ ਤਾਂ ਸਮਝੋ ਕਿ ਸਾਰੀ ਦੁਨੀਆ ਨੂੰ ਜਿੱਤ ਲਿਆ। ਜੇ ਆਪਣੇ ਮਨ ਵਸ 'ਚ ਨਹੀਂ ਆਇਆ ਤਾਂ ਸਾਰੀ ਦੁਨੀਆ ਜਿੱਤ ਵੀ ਲਈ ਤੇ ਇਹਨੇ ਮਨ ਨੇ ਪਤਾ ਨਹੀਂ ਕਿੱਥੇ ਇਹਨੇ ਠੋਕਰ ਮਾਰਨੀ, ਕਿੱਥੋਂ ਸੁੱਟ ਦੇਣਾ ਹੈ। ਇਸ ਕਰਕੇ ਉਹਨੇ ਫਰਮਾਇਆ ਕਿ ਚੜੋ ਤੁਮ ਨਭ ਮੇ ਇਹ ਜਗ ਜੀਤ, ਗਹੋ ਅਬ ਸੰਤਨ ਕੀ ਇਹ ਨੀਤ। ਸੰਤਾਂ ਦਾ ਜਿਹੜਾ ਰਸਤਾ ਹੈ ਕਹਿੰਦੇ ਕਿ ਉਹਨੂੰ ਫੜ, ਆਪਣਾ ਰਸਤਾ ਜਿਹੜਾ ਮਨ ਵਾਲਾ ਹੈ ਉਹਨੂੰ ਛੱਡ ਦੇ। ਹਾਂਜੀ ਬੇਟੇ। चढ़ो तुम नभ में ये जग जीत, गहो अब संतन की ये नीत। गुरु का नाम समारो चित, लगाओ शिन शिन
उनसे प्रीत। ਪਰ ਇਹ ਚੀਜ਼ ਕਿ ਕਦੋਂ ਬਣਨੀ ਹੈ? ਜਦੋਂ ਸਤਿਗੁਰਾਂ ਤੇ ਭਰੋਸਾ ਆਏਗਾ। ਪਹਿਲਾਂ ਤਾਂ ਗੁਰੂ ਦਾ ਪਤਾ ਲੱਗੇ ਕਿ ਗੁਰੂ ਕਹਿੰਦੇ ਕਿਹਨੂੰ ਆ। ਜਦੋਂ ਤੱਕ ਇਹੋ ਹੀ ਨਹੀਂ ਸਮਝ ਆਇਆ ਕਿ ਗੁਰੂ ਕਿਹਨੂੰ ਕਹਿੰਦੇ ਆ, ਤੇ ਫਿਰ ਬਈ ਉਹਨੂੰ ਉਹਦੇ ਨਾਲ ਪਿਆਰ ਕਿੱਦਾਂ ਬਣੇਗਾ, ਉਹਦੀ ਭਗਤੀ ਅਸੀਂ ਕਿੱਦਾਂ ਕਰਾਂਗੇ, ਕਿਉਂ ਉਹਦੇ ਵਾਸਤੇ ਅਸੀਂ ਆਪਣਾ ਸਭ ਕੁਝ ਵਾਰਨ ਨੂੰ ਤਿਆਰ ਹੋਵਾਂਗੇ। ਬੰਦਾ ਤੇ ਬਈ ਸਾਰੀ ਦੁਨੀਆ ਨੂੰ ਮਾਰ ਕੇ ਤੇ ਕਹਿੰਦਾ ਕਿ ਮੈਂ ਸਾਰਾ ਕੁਝ ਖੋ ਕੇ ਆਪਣੇ ਕੋਲ ਰੱਖ ਲਵਾਂ, ਤੇ ਗੁਰੂ ਵਾਸਤੇ ਇਹ ਕਿਉਂ ਸਭ ਕੁਝ ਭੇਟ ਕਰੇਗਾ? ਗੁਰੂ ਦਾ ਇਹਨੇ ਕੀ ਦੇਖਿਆ ਜੀ? ਜੇ ਇਹਨੂੰ ਗੁਰੂ ਵੀ ਬੰਦਾ ਹੀ ਲੱਗਦਾ ਪਿਆ ਹੈ, ਬੰਦੇ ਵਾਂਗੂ ਹੀ ਲੱਗਦਾ ਪਿਆ ਹੈ, ਤੇ ਬਈ ਫਿਰ ਇਹ ਗੁਰੂ ਨੂੰ ਆਪਣਾ ਕੁਝ ਵੀ ਨਹੀਂ ਭੇਟ ਕਰੇਗਾ। ਪਰ ਜਿਨ੍ਹਾਂ ਨੂੰ ਆਪਣਾ ਗੁਰੂ ਹੀ ਪਰਮੇਸ਼ਰ ਨੇ ਕਿਹਾ ਕਿ ਗੁਰੂ ਪਰਮੇਸ਼ਵਰ ਇੱਕੋ ਜਾਣ, ਜਿਨ੍ਹਾਂ ਦੀ ਐਸਾ ਨਿਸ਼ਚਾ ਬਣ ਗਿਆ, ਉਹਨਾਂ ਨੇ ਉਹਦੇ ਆਖੇ ਲੱਗਣਾ ਹੈ। ਜੇ ਇਹਨੂੰ ਗੁਰੂ ਵੀ ਹੈ ਜੇ ਆਪਣੇ ਵਰਗਾ ਹੀ ਲੱਗ ਰਿਹਾ ਹੈ, ਤੇ ਫਿਰ ਇਹ ਗੁਰੂ ਦੇ ਰਸਤੇ ਤੇ ਕਦੀ ਨਹੀਂ ਚੱਲੇਗਾ। ਇਸ ਕਰਕੇ ਵੀ ਕਰਨਾ ਕੀ ਹੈ? ਉਹਨੇ ਕਿਹਾ ਕਿ ਗੁਰੂ का नाम समारो चीत, लगाओ छिन छिन उनसे प्रीत। ਉਹਨਾਂ ਦੇ ਨਾਲ ਪ੍ਰੀਤ ਕਰਨੀ ਹੈ, ਕਿਉਂਕਿ ਉਹਦਾ ਜਿਹੜਾ ਮੋਲਣ ਕਹੇ ਹਰੀ ਸੇਵਾ 100 ਬਰਸ, ਗੁਰੂ ਸੇਵਾ ਪਲਚਾਰ, ਤੋ ਵੀ ਨਹੀਂ ਬਰਾਬਰੀ ਵੇਦਨ ਕੀਆ ਵਿਚਾਰ। ਕਹਿੰਦੇ ਹਰੀ ਹਰੀ ਕਿ ਉਸ ਪਰਮਾਤਮਾ ਨੂੰ ਕਿਹਾ ਹੈ, ਕਹਿੰਦੇ ਹਰੀ ਸੇਵਾ 100 ਬਰਸ, ਗੁਰੂ ਸੇਵਾ ਪਲਚਾਰ, ਤੋ ਵੀ ਨਹੀਂ ਬਰਾਬਰੀ। ਪਰ ਇਹ ਕਿਹਨਾਂ ਨੇ ਕਿਹਾ? ਉਸ ਗੁਰੂ ਦੇ ਪਿਆਰਿਆਂ ਨੇ, ਜਿਨ੍ਹਾਂ ਨੇ ਕਿਹਾ ਕਿ ਮੇਰਾ ਰੁੱਸੇ ਨਾ ਕਲਗੀਆਂ ਵਾਲਾ, ਜੱਗ ਭਾਵੇਂ ਸਾਰਾ ਰੁੱਸ ਜਾਏ। ਜਿਹਦੇ ਮਨ 'ਚ ਐਸਾ ਭਰੋਸਾ ਆ ਗਿਆ, ਪ੍ਰਤੀਤ ਆ ਗਈ ਕਿ ਬਈ ਗੁਰੂ ਵਰਗਾ ਹੋਰ ਹੈ ਨਹੀਂ ਕੋਈ ਵੀ, ਉਹਦੇ ਵਾਸਤੇ ਫਿਰ ਗੁਰੂ ਦੇ ਭੰਡਾਰ ਖੁੱਲ ਜਾਂਦੇ ਨੇ, ਉਹਦੇ ਵਾਸਤੇ ਗੁਰੂ ਸਾਰੇ ਦਰਵਾਜ਼ੇ ਖੋਲ ਦਿੰਦਾ ਹੈ। ਕੋਈ ਵੀ ਉਹਨੂੰ ਕਿਸੇ ਤਰ੍ਹਾਂ ਦੀ ਫਿਰ ਕਿਸੇ ਤਰ੍ਹਾਂ ਦੀ ਵੀ ਕੋਈ ਕਮੀ ਪੇਸ਼ੀ ਨਹੀਂ। ਇਸ ਕਰਕੇ ਫਰਮਾਇਆ ਹੈ ਕਿ ਗੁਰੂ का नाम ਸੰਭਾਲੋ, ਆਪਣਾ ਗੁਰੂ ਦਾ ਜੋ ਨਾਮ ਹੈ ਉਹ ਆਪਣੇ ਚਿੱਤ ਦੇ ਵਿੱਚ ਸੰਭਾਲ ਲਈਏ। ਗੁਰੂ ਦਾ ਬਚਨ ਹਮੇਸ਼ਾ ਸਾਡੇ ਹਿਰਦੇ ਦੇ ਵਿੱਚ ਵਸਿਆ ਰਹੇ, ਉਹਨਾਂ ਦੇ ਬਚਨਾਂ ਤੋਂ ਕਦੀ ਵੀ ਬੇਮੁਖ ਨਾ ਹੋਈਏ, ਕਿਉਂਕਿ ਸਤਿਗੁਰੂ ਬਚਨ ਨੂੰ ਉਲੰਘ ਕੇ ਜਹਾਂ ਜੀਵ ਜੇ ਜਾਏ, ਜਹਾਂ ਜਾਏ ਤਹਾਂ ਕਾਲ ਹੈ, ਕਹੇ ਕਬੀਰ ਸਮਝਾਏ। ਜਦੋਂ ਵੀ ਸਤਿਗੁਰਾਂ ਦਾ ਬਚਨ ਉਲੰਘਾਂਗੇ ਮਾਰ ਪਏਗੀ ਪਏਗੀ। ਕਾਲ ਜਿਹੜਾ ਆ ਬਈ ਗੁਰੂ ਦੇ ਬੱਚੇ ਵੱਲ ਵੇਖ ਵੀ ਨਹੀਂ ਸਕਦਾ। ਸਤਿਗੁਰਾਂ ਨੇ ਫਰਮਾਉਣਾ ਕਿ ਬਈ ਗੁਰੂ ਦਾ ਸਿੱਖ ਜਿਹੜਾ ਕਾਲ ਦੇ ਸਿਰ ਤੇ ਪੈਰ ਰੱਖ ਕੇ ਅੱਗੇ ਲੰਘ ਜਾਂਦਾ ਹੈ, ਕਾਲ ਵੀ ਉਹਨੂੰ ਨਮਸਕਾਰ ਕਰਦਾ ਹੈ। 33 ਕਰੋੜ ਦੇਵੀ ਦੇਵਤੇ ਕਹਿੰਦੇ ਹੱਥ ਬੰਨ੍ਹ ਕੇ ਉਹਦੇ ਅੱਗੇ ਖੜੇ ਰਹਿੰਦੇ ਨੇ ਕਿ ਸਾਨੂੰ ਕੋਈ ਸੇਵਾ ਦੱਸੋ ਕੋਈ। ਪਰ ਕਿਹਦੇ ਅੱਗੇ? ਗੁਰੂ ਦੇ ਸਿੱਖ ਅੱਗੇ, ਮਨ ਦੇ ਸਿੱਖ ਅੱਗੇ ਨਹੀਂ, ਗੁਰੂ ਦੇ ਸਿੱਖ ਦੇ ਅੱਗੇ ਗੱਲ ਕੀਤੀ। ਇਹ ਆਪਣੇ ਮਨ ਦਾ ਨਾ ਸਿੱਖ ਬਣ ਜੇ, ਜੋ ਮਨ ਕਵੇ ਉਹੀ ਕਰੀ ਜਾਵੇ, ਤੇ ਕਵੇ ਕਿ ਮੈਂ ਗੁਰੂ ਦੀ ਖੁਸ਼ੀ ਲੈਣੀ ਹੈ। ਇਹ ਮਨ ਦੀਆਂ ਖੁਸ਼ੀਆਂ ਲੈ ਸਕਦਾ ਹੈ, ਗੁਰੂ ਦੀ ਖੁਸ਼ੀ ਲੈਣ ਵਾਸਤੇ ਤੇ ਗੁਰੂ ਦੇ ਬਚਨ ਤੇ ਆਉਣਾ ਪਏਗਾ। ਜਦੋਂ ਗੁਰੂ ਦੇ ਬਚਨ ਤੇ ਆਵਾਂਗੇ ਤੇ ਬਈ ਉਹਨੇ ਫਰਮਾਇਆ ਕਿ ਲਗਾਓ ਛਿਨ ਛਿਨ ਉਨਸੇ ਪ੍ਰੀਤ, ਮਿੰਟ ਮਿੰਟ, ਇੱਕ ਸੈਕਿੰਡ ਸੈਕਿੰਡ ਦੇਖਦੇ ਰਹੀਏ ਕਿ ਬਈ ਮਨ ਕਿਤੇ ਮੇਰਾ ਇੱਧਰ ਉੱਧਰ ਤਾਂ ਨਹੀਂ ਜਾ ਰਿਹਾ, ਮਨ ਕਿਤੇ ਮੇਰਾ ਸਤਿਗੁਰਾਂ ਦੇ ਬਚਨਾਂ ਤੋਂ ਕੋਈ ਪਿੱਛੇ ਤਾਂ ਨਹੀਂ ਹੋ ਰਿਹਾ, ਮੇਰੇ ਮਨ ਦੇ ਵਿੱਚ ਸਤਿਗੁਰਾਂ ਦੇ ਪ੍ਰਤੀ ਪ੍ਰੇਮ ਘੱਟ ਤਾਂ ਨਹੀਂ ਰਿਹਾ, ਤੜਫ ਹੈਗੀ ਹੈ। ਕਿਉਂਕਿ ਜਿਸ ਤਰ੍ਹਾਂ ਸ਼ਬਦ ਬੋਲਿਆ ਸੀ ਬੱਚੇ ਨੇ ਕਿ ਪ੍ਰੇਮੀ ਸੁਨੋ प्रेम की बात, सेवा करो प्रेम से गुरु की, और दर्शन पर बल बल जात, जस कामी को कामन प्यारी, अस गुरुमुख को गुरु का गात, खाते पीते चलते फिरते सोवत जागत बिसर ना जात, खटकत रहे बाल ज्यों हेरे, ज्यों दर्दी के दर्द समात। पर नाले भी दस दिता कि ਜਦੋਂ तक ये गल ना बनी तो उन्होंने कहा कि तब लग जानो हिस्सी जात। ਜਦੋਂ तक ये दशा ना बनी, गुरु नाल इन्ना प्यार ना बनया, कहते उदों तक फिर तू ये मत सोच कि गुरु की खुशी ले लेंगे, गुरु के रस्ते ते आए। हाँ ठीक है, संसार वालों सानू सतगुर कहते नहीं, सब कुछ बख्शते हैं। सतगुਰਾਂ ने यह फरमाया सी कि बई उन्होंने वास्ते गुरु ते आया है इत्थे नाम की दौलत लैके। पर ये जड़ियाँ जो भी असीं मंगां मंगते हैं सतगुਰਾਂ कोलों, ये नहीं है कि गुरु दिंदा नहीं है, गुरु सब कुछ दिंदा है। उन्होंने भंडार च किस चीज़ की कमी है? सारा संसार उन्होंने बनाया, पैदा किया, धियां पुत्रां की कमी है, पैसे की कमी है, तंदुरुस्ती की कमी है, किहड़ा काम जिहड़ा नहीं हुंदा? सब कुछ हुंदा है। पर गुरु ने फरमाना कि जे तुसीं सोचीए कि गुरु आया इस वास्ते है, तो ये गल गलत है। फरमाया कि बई ये जिस तरह दुकान पर जाते हैं, जिस तरह पहला हुंदा सी कि किसी दुकान पर जाना बच्चों ने, कोई समान लेना, कहना किलो खंड दे दे, आधा किलो पत्ती दे दे, कोई आ चीज़ लै दे, तो बाद वो पैसे दे के तो कहना कि झूंगा दो। दुकानदार ने कोई चीज़, कोई टॉफियाँ दो, कोई ना कोई खंड, कोई गुड़, कुछ ना कुछ भी उन्होंने इस तरह देना।
ਝੂੰਗਾ ਦੇਣਾ, ਬੱਚੇ ਨੇ ਖੁਸ਼ ਹੋ ਜਾਣਾ ਕਿ ਇਹ ਚੀਜ਼ ਮੁਫਤ ਮਿਲੀ ਹੈ। ਇਸੇ ਤਰ੍ਹਾਂ ਹੀ ਇਹ ਜੋ ਸਾਡੇ ਵਾਸਤੇ ਚੀਜ਼ਾਂ ਬਹੁਤ ਕੀਮਤੀ ਨੇ ਸੰਸਾਰ ਦੀਆਂ, ਸਤਿਗੁਰਾਂ ਵਾਸਤੇ ਇਹ ਝੂੰਗਾ ਹੈ ਸਭ। ਪਰ ਇਹ ਮਿਲਦਾ ਕਿਹਨੂੰ ਹੈ? ਜਿਹੜਾ ਕੋਈ ਸੌਦਾ ਲੈਂਦਾ ਹੈ, ਜਿਹੜੀ ਦੁਕਾਨ ਗੁਰੂ ਨੇ ਪਾਈ ਹੈ ਹੱਟੀ, ਜਿਹੜਾ ਗੁਰੂ ਰਾਸ ਲੈ ਕੇ ਆਇਆ ਹੈ, ਜੋ ਉਹਦੀ ਮੰਗ ਕਰਦਾ ਹੈ, ਜੋ ਉਹਦੇ ਕੋਲੋਂ ਉਸ ਚੀਜ਼ ਦੀ ਵੀ ਕੋਈ ਇੱਛਾ ਰੱਖਦਾ ਹੈ, ਉਹਦੇ ਵਾਸਤੇ ਇਹ ਭੰਡਾਰ ਵੀ ਖੁੱਲ੍ਹੇ ਨੇ। ਨਹੀਂ ਤੇ ਸੰਸਾਰ ਵਾਸਤੇ ਤੇ ਬਈ ਸਾਰੀ ਦੁਨੀਆ ਹੀ ਕੋਈ ਸਤਿਗੁਰਾਂ ਨੇ ਕੋਈ ਐਸਾ ਬੋਰਡ ਨਹੀਂ ਲਵਾਇਆ, ਕੋਈ ਨਾ ਹੀ ਉਹਨਾਂ ਦੀ ਰੀਤ ਹੈ। ਜਿਹੜਾ ਮੈਂ ਪਹਿਲਾਂ ਬੇਨਤੀ ਕੀਤੀ ਕਿ ਬਈ ਇੰਨੇ ਐਤਵਾਰ ਆਓ ਤੇ ਆਹ ਹੋ ਜਾਏਗਾ, ਇੰਨੇ ਸੰਗਰਾਂਦਾਂ ਕਰ ਲਈਏ ਤੇ ਆਹ ਹੋ ਜਾਏਗਾ, ਸਤਿਗੁਰਾਂ ਦੀ ਸੰਤਾਂ ਦੀ ਰੀਤ ਨਹੀਂ ਹੈਗੀ। ਸੰਤਾਂ ਦਾ ਰਸਤਾ ਕੁਛ ਹੋਰ ਹੈ। ਹਾਂ, ਵਚਨ ਲਗਾ ਦਿੰਦੇ ਨੇ ਆਪਣੀ ਮੌਜ ਦੇ ਵਿੱਚ, ਕਾਹਦੇ ਵਾਸਤੇ? ਇਹਦੇ ਅੰਦਰ ਪ੍ਰੇਮ ਪੈਦਾ ਕਰਨ ਵਾਸਤੇ ਕਿ ਚੱਲ ਇੱਕ ਵਾਰੀ ਨਹੀਂ ਕੋਈ 4-5 ਵਾਰੀ ਆਏਗਾ, ਕੋਈ ਸ਼ਾਇਦ ਨਾਤਾ ਬਣ ਜਾਏਗਾ, ਕੋਈ ਥੋੜ੍ਹੀ ਵਾਰੀ ਆਏਗਾ, ਕੋਈ ਪਿਆਰ ਬਣ ਜਾਏਗਾ, ਇਹਦਾ ਕੋਈ ਕੰਨਾਂ 'ਚ ਇਹਦੇ ਕੋਈ ਵਚਨ ਪਏਗਾ ਤੇ ਹੋ ਸਕਦਾ ਮਨ ਜਿਹੜਾ ਆ ਇਹ ਜਾਗ ਜਾਵੇ ਕਿਤੇ ਹੋਰ। ਉਹਨਾਂ ਨੇ ਜਿਹੜਾ ਕੰਮ 4-5 ਵਾਰੀ ਆਇਆ ਕਰਨਾ, ਉਹ ਇੱਕ ਵਾਰੀ 'ਚ ਨਹੀਂ ਕਰ ਸਕਦੇ ਕਿ ਉਹਨਾਂ ਨੇ ਕੋਈ ਸ਼ਰਤ ਰੱਖਣੀ ਹੈ ਕਿ ਇੰਨੀ ਵਾਰੀ ਆਏਗਾ ਫੇਰ ਹੀ ਕਰਨਾ ਵਾ। ਜਾਂ ਉਹਨਾਂ ਨੇ ਕਿਸੇ ਕੋਲੋਂ ਕੋਈ ਦਇਆ ਲੈ ਕੇ, ਕੋਈ ਮੰਗਵੀ ਲੈ ਕੇ ਤੇ ਇਹਦਾ ਕੰਮ ਕਰਨਾ ਹੈ ਕਿ ਮੈਂ ਅਗਲੀ ਵਾਰੀ ਆਈ ਮੈਂ ਅੱਗੋਂ ਪੈਸੇ ਲੈਣੇ ਫਿਰ ਤੈਨੂੰ ਦੇਵਾਂਗਾ। ਨਹੀਂ, ਸਭ ਕੁਛ ਉਹਨਾਂ ਦੇ ਭੰਡਾਰ 'ਚ ਹੋਇਆ ਕਿ ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ। ਨਿਜ ਪਤ ਮਤਲਬ ਆਪਣੇ ਆਪ ਦੇ ਵਿੱਚ ਪੂਰਨ ਨੇ, ਤੂੰ ਕਿਸੇ ਕੋਲੋਂ ਨਹੀਂ ਮੰਗਣਾ, ਤੇਰੇ ਭੰਡਾਰ ਤੇਰੇ ਵੱਸ 'ਚ ਹੀ ਨੇ, ਤੇਰੇ ਕੋਲ ਹੀ ਹੈ। ਪਰ ਜਦੋਂ ਤੇਰੀ ਦਇਆ ਕਿਰਪਾ ਹੋਏਗੀ ਤੂੰ ਬਈ ਕਿਸੇ ਨੂੰ ਪੁੱਛਣਾ ਨਹੀਂ ਹੈ, ਸਭ ਕੁਛ ਤੂੰ ਬਖਸ਼ ਦੇਣਾ ਹੈ। ਪਰ ਇੰਨਾ ਮਨ ਦੇ ਵਿੱਚ ਭਰੋਸਾ ਵੀ ਬਣੇ ਕਿ ਅਸੀਂ ਭਿਖਾਰੀ ਬਣ ਕੇ ਉਹਨਾਂ ਦੇ ਅੱਗੇ ਝੋਲੀ ਫੈਲਾਈਏ ਤੇ ਬਈ ਸਤਿਗੁਰ ਦਇਆ ਕਿਰਪਾ ਕਰਦੇ ਨੇ। ਹਾਂਜੀ, ਅੱਗੇ ਗੁਰੂ ਕਾ ਨਾਮ ਸਮਾਰੋ ਚੀਤ, लगाओ शिन शिन उनसे प्रीत। गाए राधा स्वामी ये निज गीत, तजो सब शल वल ममता तीत। ਰਾਧਾ ਸੁਆਮੀ ਜੀ, ਰਾਧਾ ਸੁਆਮੀ। ਸਤਿਗੁਰੂ ਫਰਮਾਉਂਦੇ ਨੇ ਗਾਏ ਰਾਧਾ ਸੁਆਮੀ ਜੇ ਨਿਜ ਗੀਤ। ਨਿਜ, ਫਿਰ ਮੈਂ ਪਹਿਲਾਂ ਜਿਸ ਤਰ੍ਹਾਂ ਦੱਸਿਆ ਕਿ ਨਿਜ ਆਪਣੇ, ਨਿਜ ਕਹਿੰਦੇ ਆਪਣੇ ਆਪ ਨੂੰ। ਹੁਣ ਰਾਧਾ ਸੁਆਮੀ ਦਿਆਲ ਸਤਿਗੁਰ ਆ ਫਰਮਾ ਰਹੇ ਨੇ ਇਹ ਮੇਰਾ ਤਜਰਬਾ ਹੈ, ਜੋ ਮੈਂ ਤੁਹਾਨੂੰ ਕਹਿ ਰਿਹਾ ਹੈ, ਜਿਹੜਾ ਮੈਂ ਬਚਨ ਤੁਹਾਨੂੰ ਕੀਤਾ ਹੈ, ਇਹ ਮੈਂ ਕਿਸੇ ਦੇ ਤਜਰਬਾ ਜਾਂ ਕਿਸੇ ਦੀ ਗੱਲ ਨਹੀਂ ਕਰ ਰਿਹਾ, ਮੇਰਾ ਆਪਣਾ ਨਿਜ ਤਜਰਬਾ ਹੈ। ਇਸ ਕਰਕੇ ਜੋ ਵੀ ਉਹਨਾਂ ਨੇ ਫਰਮਾਇਆ ਕਿ ਅਰੇ ਮਨ ਰੰਗ ਜਾ ਸਤਿਗੁਰ ਪ੍ਰੀਤ, ਕਿ ਉਹਦੇ ਤੋਂ ਬਗੈਰ ਗੱਲ ਨਹੀਂ ਜੀ ਬਣਨੀ। ਜਦੋਂ ਤੱਕ ਸਤਿਗੁਰਾਂ ਦੇ ਨਾਲ ਪਿਆਰ ਨਾ ਬਣਿਆ, ਮਤ ਸੋਚੀਏ ਕਿ ਬਈ ਕੋਈ ਸਤਿਗੁਰਾਂ ਦੀ ਖੁਸ਼ੀ ਅਸੀਂ ਪ੍ਰਾਪਤ ਕਰ ਸਕਦੇ ਹਾਂ। ਦੁਨੀਆ ਦੀਆਂ ਚੀਜ਼ਾਂ ਮਿਲ ਜਾਣਗੀਆਂ, ਕੋਈ ਐਸਾ ਨਹੀਂ ਹੈ ਜੋ ਜੋ ਅਸੀਂ ਮੰਗਣ ਆਏ ਆ ਮਿਲ ਜਾਏਗਾ, ਉਹਦੀ ਵੀ ਕੋਈ ਵੱਡੀ ਗੱਲ ਨਹੀਂ ਹੈਗੀ। ਪਰ ਜਿਹੜੀ ਖੁਸ਼ੀ ਜਿਹਨੇ ਮਨ 'ਚ ਵਸ ਕੇ ਇਹਦੇ ਸਾਰੇ ਦੁੱਖ ਸੁੱਖ ਮਿਟਾ ਦੇਣੇ ਸੀ, ਇਹਦੇ ਰੋਗ ਸੁੱਖ ਸਾਰੇ ਮਿਟਾ ਦੇਣੇ ਸੀ, ਇਹਦਾ ਫਿਕਰਾਂ ਜਿਹੜੀਆਂ ਸੀ ਸਾਰੀਆਂ ਚਲੀਆਂ ਜਾਣੀਆਂ ਸੀ, ਉਹ ਚੀਜ਼ ਜਿਹੜੀ ਹੈ ਪਰਮ ਸੁੱਖ ਦੀ ਪ੍ਰਾਪਤੀ ਇਹਨੂੰ ਉਹਦੇ ਨਾਲ ਹੀ ਹੋਣੀ ਹੈ, ਹੋਰ ਕਿਸੇ ਚੀਜ਼ ਨਾਲ ਨਹੀਂ ਹੋਣੀ। ਇਸ ਕਰਕੇ ਹਮਾਇਆ ਕਿ ਗਾਏ ਰਾਧਾ ਸੁਆਮੀ ਜੇ ਨਿਜ ਗੀਤ, ਤਜੋ ਸਭ ਛਲ ਵੱਲ ਮਮਤਾ ਅਤੀਤ। ਕਹਿੰਦੇ ਜੇ ਇਸ ਰਸਤੇ ਆਉਣਾ ਜੇ ਤੇ ਫਿਰ ਕੀ ਕਰਨਾ ਪਏਗਾ? ਤਜੋ ਸਭ ਛਲ ਵੱਲ, ਕਹਿੰਦੇ ਛਲ ਵੱਲ ਛੱਡ ਦਿਓ ਸਾਰੇ। ਛਲ ਵੱਲ ਦੇ ਨਾਲ ਨਹੀਂ ਜੇ ਉਹ ਰਸਤਾ ਪ੍ਰਾਪਤ ਹੋਣਾ, ਛਲ ਵੱਲ ਦੇ ਨਾਲ ਇਹ ਰਸਤਾ ਤੈਅ ਨਹੀਂ ਜੇ ਹੋਣਾ। ਇਹ ਜਿਹੜਾ ਬਾਹਰ ਦੇ ਜਿੰਨੇ ਵੀ ਜੋ ਵੀ ਅਸੀਂ ਦੁਨੀਆ ਨੂੰ ਭਰਮਾਉਣ ਵਾਸਤੇ ਜੋ ਆਪਣੇ ਕੋਲ ਰੱਖਿਆ ਨੇ ਸਾਰੀਆਂ ਚੀਜ਼ਾਂ, ਇਹਨਾਂ ਦੇ ਨਾਲ ਅਸੀਂ ਗੁਰੂ ਨੂੰ ਨਹੀਂ ਭਰਮਾ ਸਕਦੇ। ਇਹ ਛਲ ਵੱਲ ਛੱਡ ਕੇ ਫਿਰ ਤੂੰ ਸਤਿਗੁਰਾਂ ਦੇ ਰਸਤੇ ਤੇ ਆ, ਬਈ ਗੁਰੂ ਦਿਆਲ ਹੋ ਕੇ ਤੈਨੂੰ ਸਭ ਕੁਝ ਬਖਸ਼ੇਗਾ। ਕਿਉਂਕਿ ਉਹਨਾਂ ਦੇ ਬਚਨ ਨੇ ਉਹਨਾਂ ਫਰਮਾਇਆ ਕਿ ਜੋ ਜੋ ਮੰਗੇ ਠਾਕੁਰ ਆਪਣੇ ਸੇ ਸੋਈ ਸੋਈ ਦੇਵੇ। ਜਿਹੜੇ ਜ਼ਬਾਨ ਦੇ ਨਾਲ ਉਹਨਾਂ ਕੋਲ ਦੁਨੀਆ ਦੀਆਂ ਦੌਲਤਾਂ ਮੰਗਦੇ ਆ, ਦੁਨੀਆ ਦੇ ਸੁੱਖ ਮੰਗਦੇ ਆ, ਬਈ ਉਸ ਜ਼ਬਾਨ ਨਾਲ ਜਿਸ ਜਿਹੜਾ ਹਿਰਦੇ ਤੋਂ ਉਹਨਾਂ ਵਾਸਤੇ ਲਲਾਇਤ ਹੋ ਕੇ ਕਰਦੇ ਆ ਕਿ ਆਹ ਚੀਜ਼ਾਂ ਬਖਸ਼ ਦਿਓ ਮਹਾਰਾਜ ਜੀ, ਉਹਦੇ ਵਾਸਤੇ ਰੋਨੇ ਕਰਦੇ ਆ, ਉਸੇ ਜ਼ਬਾਨ ਨਾਲ ਉਸੇ ਹਿਰਦੇ ਦੇ ਨਾਲ ਗੁਰੂ ਕੋਲੋਂ ਗੁਰੂ ਨੂੰ ਮੰਗ ਲਈਏ। ਕਿਉਂਕਿ ਹੋਰ ਕਿਸੇ ਚੀਜ਼ ਨਾਲ ਠੰਡ ਪੈਣੀ ਨਹੀਂ ਹੈਗੀ।
ਕਿਹਾ ਕਿ ਦੇ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ। ਪਰ ਮਨ ਨੂੰ ਪਹਿਲਾਂ ਭਰੋਸਾ ਆਵੇ, ਇਹਨਾਂ ਪਤਾ ਤਾਂ ਲੱਗੇ ਕਿ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਵਿਣ ਤੁਧ ਹੋਰ ਜੋ ਮੰਗਣਾ ਸਿਰ ਦੁੱਖਾਂ ਕੇ ਦੁੱਖ। ਇਹਨਾਂ ਭਰੋਸਾ ਬਣ ਜੇ ਕਿ ਵੀ ਜੇ ਗੁਰੂ ਤੋਂ ਇਲਾਵਾ ਹੋਰ ਕੋਈ ਚੀਜ਼ ਮੰਗਦੇ ਪਏ ਆ ਤੇ ਉਹਨੇ ਸੁੱਖ ਨਹੀਂ ਦੇਣਾ। ਜਦੋਂ ਇੰਨਾ ਭਰੋਸਾ ਕਰਕੇ ਸਤਿਗੁਰਾਂ ਕੋਲੋਂ ਉਹਨਾਂ ਨੂੰ ਹੀ ਮੰਗਾਂਗੇ, ਉਹਨਾਂ ਦਾ ਨਾਮ ਮੰਗ ਲਵਾਂਗੇ, ਤੇ ਇਹ ਨਹੀਂ ਕਿ ਇਹ ਦੌਲਤਾਂ ਪਿੱਛੇ ਰਹਿ ਜਾਣਗੀਆਂ। ਗੁਰੂ ਦੇ ਬੱਚਿਆਂ ਦੇ ਕੋਈ ਕੰਮ ਸੰਸਾਰ ਨਾਲੋਂ ਕੋਈ ਇਹ ਨਹੀਂ ਕਿ ਕੋਈ ਘੱਟ ਹੁੰਦੇ ਨੇ, ਵਧੀਆ ਹੁੰਦੇ ਨੇ। ਸਗੋਂ ਸੰਸਾਰੀ ਕੰਮ ਵੀ ਐ ਬਿਲਕੁਲ ਚੋਟੀ ਦੇ ਹੁੰਦੇ ਆ, ਪਰ ਨਾਲ ਨਾਲ ਉਹ ਦੌਲਤ ਵੀ ਉਹਨਾਂ ਨੂੰ ਮਿਲ ਜਾਂਦੀ ਏ ਜਿਹਦੇ ਨਾਲ ਬਈ ਇਸ ਸੰਸਾਰ ਦੇ ਵਿੱਚ ਭਵ ਸਾਗਰ ਤੋਂ ਵੀ ਜਿਹੜਾ ਤਰ ਕੇ ਆਪਣੇ ਘਰ ਪਹੁੰਚਣਾ ਹੈ। ਇਹ ਨਹੀਂ ਕਿ ਇੱਥੇ ਹੀ 84 ਦੇ ਚੱਕਰ 'ਚ ਪਏ ਰਹਿਣਾ ਹੈ, ਬਾਰ-ਬਾਰ ਕਦੀ ਬੱਚੇ ਤੇ ਕਦੀ ਪਿਓ ਤੇ ਕਦੀ ਮਾਂ ਤੇ ਕਦੀ ਕੁਛ ਬਣ ਕੇ ਨਹੀਂ ਇੱਥੇ ਆਉਣਾ। ਭਾਈ ਸਤਿਗੁਰਾਂ ਦੀ ਦਇਆ ਪ੍ਰਾਪਤ ਕਰਕੇ ਇੱਥੋਂ ਦੇ ਜੋ ਆਪਣੀਆਂ ਡਿਊਟੀਆਂ ਨੇ, ਜੋ ਕਰਮ ਨੇ, ਇਹ ਸਾਰੇ ਭੁਗਤ ਕੇ, ਇਹ ਸਾਰੇ ਕੰਮ ਕਰਮ ਕਰਕੇ ਆਪਣੇ ਘਰ ਪਹੁੰਚਣਾ ਹੈ। ਤੇ ਸਤਿਗੁਰ ਦਇਆ ਕਿਰਪਾ ਕਰਨ ਕਿ ਜੋ ਉਹਨਾਂ ਦੇ ਬਚਨਾਂ ਨੇ ਫਰਮਾਏ ਕਿ ਅਰੇ ਮਨ ਰੰਗ ਜਾ ਸਤਿਗੁਰੂ ਪ੍ਰੀਤ, ਸਤਿਗੁਰ ਦਇਆ ਕਿਰਪਾ ਕਰਨ ਉਹਨਾਂ ਦੇ ਚਰਨਾਂ 'ਚ ਸਾਡੀ ਐਸੀ ਬੇਨਤੀ ਹੋਵੇ, ਐਸਾ ਉਹਨਾਂ ਦੇ ਚਰਨਾਂ ਦੇ ਵਿੱਚ ਪੁਕਾਰ ਹੋਵੇ ਕਿ ਸਤਿਗੁਰ ਜੀ ਸਾਡੇ ਵੱਸ ਤੋਂ ਬਾਹਰ ਹੈ। ਕਿਉਂਕਿ ਜ਼ੋਰ ਲਗਾਉਂਦੇ ਹਾਂ ਅਸੀਂ ਸਾਰੇ, ਐਸੀ ਨਹੀਂ ਕੋਈ ਗੱਲ, ਕਰਦੇ ਹਾਂ ਕੋਸ਼ਿਸ਼, ਪਰ ਕੋਸ਼ਿਸ਼ਾਂ ਸਾਡੀਆਂ ਨਾਕਾਮ ਹੁੰਦੀਆਂ ਨੇ। ਸਾਰੀਆਂ ਬੜੀਆਂ ਹੋਈਆਂ ਨੇ, ਕਈ ਵਾਰ ਹੋਈਆਂ ਵੀ ਨੇ। ਸਤਿਗੁਰਾਂ ਦੇ ਚਰਨਾਂ 'ਚ ਅਰਜ਼ ਕਰੀਏ, ਉਹਨਾਂ ਦੇ ਜਿਸ ਤਰ੍ਹਾਂ ਕਿਹਾ ਕਿ ਹਮ ਭੀਖਕ ਭਿਖਾਰੀ ਤੇਰੇ, ਭਿਖਾਰੀ ਬਣ ਕੇ ਉਹਨਾਂ ਦੇ ਅੱਗੇ ਝੋਲੀ ਫੈਲਾਈਏ ਕਿ ਸਤਿਗੁਰੂ ਜੀ ਦਇਆ ਕਿਰਪਾ ਕਰੋ, ਤੁਸੀਂ ਕਿਰਪਾ ਕਰੋ, ਆਪਣੇ ਰੰਗ 'ਚ ਰੰਗ ਲਓ ਸਾਨੂੰ। ਨਹੀਂ ਮਨ 'ਚ ਪੇਸ਼ ਜਾਣ ਦਿੰਦਾ, ਨਹੀਂ ਮਨ ਜਿਹੜਾ ਆ ਕਿਸੇ ਪਾਸੇ ਲੱਗਣ ਦਿੰਦਾ, ਤੁਸੀਂ ਕਿਰਪਾ ਕਰਕੇ ਆਪ ਜਿਸ ਤਰ੍ਹਾਂ ਕਿਹਾ ਨਾ ਕਿ ਹਾਥੀ ਫਾਂਸਾ ਕੀਚ ਮੇ ਕਾਢੇ ਕੋਈ ਸਮਰੱਥ, ਕਿਆ ਨਿਕਲੇ ਬਲ ਆਪਣੇ ਜੋ ਧਨੀ ਨਾ ਪਸਾਰੇ ਹੱਥ। ਉਹ ਸਤਿਗੁਰ ਦਇਆ ਕਿਰਪਾ ਕਰਨ ਤੇ ਬਈ ਜਿੱਥੋਂ ਮਰਜ਼ੀ ਇਹਨੂੰ ਭਾਵੇਂ ਖੂਹ 'ਚ ਵੀ ਪਿਆ ਹੋਵੇ ਇਹਨੂੰ ਕੱਢ ਸਕਦੇ ਨੇ ਬਾਹਰ, ਪਰ ਸਤਿਗੁਰਾਂ ਦੇ ਨਾਲ ਇੱਕ ਨਾਤਾ ਪਹਿਲਾਂ ਬਣੇ। ਕਿਉਂਕਿ ਕਿਸ ਨਾਤੇ ਨਾਲ ਹੱਥ ਵਧਾਉਣਾ ਹੈ ਉਹਨਾਂ ਨੇ, ਕਿਉਂਕਿ ਜਿਸ ਦੇਸ਼ ਦੇ ਵਿੱਚ ਬੈਠੇ ਆ ਇੱਥੋਂ ਦੇ ਕੁਝ ਕਾਨੂੰਨ ਨੇ। ਉਹਨਾਂ ਨੇ ਫਰਮਾਇਆ ਕਿ ਇੱਕ ਕਦਮ ਜਿਹੜਾ ਆ, ਚਰਨ ਸ਼ਰਨ ਗੁਰੂ ਏਕ ਪੈਂਡਾ ਜਾਏ ਚੱਲ, ਸਤਿਗੁਰੂ ਕੋਟ ਪੈਂਡਾ ਆਗੇ ਹੋਏ ਲੇਤ ਹੈ। ਬਈ ਇਸ ਮਨ 'ਚ ਵਿਚਾਰ ਆਉਂਦਾ ਹੈ ਕਿ ਜੇ ਉਹਨਾਂ ਨੇ ਇੰਨਾ ਪੈਂਡਾ ਕਰਕੇ ਆਉਣਾ ਹੈ ਤੇ ਕੀ ਇੱਕ ਕਦਮ ਸਾਡਾ ਪੁੱਟਣਾ ਜ਼ਰੂਰੀ ਹੈ? ਪਰ ਇੱਕ ਕਦਮ ਇਸ ਦੇਸ਼ ਦਾ ਨਿਯਮ ਹੈ। ਇਹ ਕਰਮ ਦੇ ਦੇਸ਼ 'ਚ ਬੈਠੇ ਹਾਂ, ਜਦੋਂ ਤੱਕ ਅਸੀਂ ਕਰਮ ਨਹੀਂ ਕਰਾਂਗੇ ਉਦੋਂ ਤੱਕ ਗੱਲ ਨਹੀਂ ਬਣਨੀ। ਉਹ ਕਰਮ ਇਹੋ ਹੀ ਹੈ ਕਿ ਬਸ ਸਤਿਗੁਰਾਂ ਦੇ ਅੱਗੇ ਪੁਕਾਰ ਕਰਕੇ ਬਈ ਉਹਨਾਂ ਦੇ ਬਚਨਾਂ ਦੇ ਵਿੱਚ ਆਉਣ ਦੀ ਕੋਸ਼ਿਸ਼ ਕਰੀਏ। ਬਈ ਰਸਤਾ ਤੇ ਉਹਨਾਂ ਦੇ ਕੀਤੇ ਹੀ ਤੈਅ ਹੋਣਾ ਵਾ, ਸਾਡੇ ਕੀਤੇ ਤੈਅ ਨਹੀਂ ਹੁੰਦਾ ਕਦੇ ਵੀ। ਤੇ ਸਤਿਗੁਰ ਕਿਰਪਾ ਕਰਨ, ਸਭ ਦੀਆਂ ਹਾਜ਼ਰੀਆਂ ਮਨਜ਼ੂਰ ਕਰਨ, ਸਭ ਨੂੰ ਆਪਣਾ ਪਿਆਰ ਭਰੋਸਾ ਬਖਸ਼ਣ, ਸਭ ਨੂੰ ਖੁਸ਼ੀਆਂ ਬਖਸ਼ਣ, ਤਾਂ ਜੋ ਅਸੀਂ ਸਤਿਗੁਰਾਂ ਦੇ ਉਸ ਰਸਤੇ ਦੇ ਉੱਤੇ ਚੱਲ ਸਕੀਏ। ਉਹਨਾਂ ਦੇ ਉੱਤੇ ਚੱਲ ਕੇ ਅਸੀਂ ਇਹ ਸੰਸਾਰ ਤੇ ਉਹ ਜਿਹੜਾ ਅਗਲਾ ਘਰ ਵੀ ਜਿਹੜਾ ਆ ਉਹ ਵੀ ਅਸੀਂ ਸੁਹੇਲਾ ਬਣਾ ਸਕੀਏ। ਰਾਧਾ ਸੁਆਮੀ ਜੀ, ਰਾਧਾ ਸੁਆਮੀ।